ਅਕਾਲੀ ਦਲ ਇਸ ਗੱਲ ਤੇ ਆਇਆ ਕਿ 7-5-1 ਕਰ ਲਓ ਹੁਣ, ਕਿ 7 ਤੇ ਅਸੀਂ ਲੜਾਂਗੇ, 5 ਤੇ ਤੁਸੀਂ ਲੜ ਲਓ, 1 ਬਸਪਾ ਨੂੰ ਛੱਡ ਦਿੰਦੇ। ਪਤਾ ਨਹੀਂ ਬਸਪਾ ਕੱਲ ਨੂੰ 13 ਦੇ ਹੀ ਲੜ ਲਵੇ ਜੇ ਤੁਸੀਂ ਨਾਲ ਨਹੀਂ ਰੱਖਣੀ। ਅਗਲੇ ਕਹਿਣਗੇ ਅਸੀਂ ਸਾਰਿਆਂ ਤੇ ਲੜ ਲੈਣੇ, ਚਲੋ ਕੁਝ ਲੀਡਰ ਜਿਨ੍ਹਾਂ ਨੂੰ ਤੁਸੀਂ ਟਿਕਟਾਂ ਦੇਣ ਨੂੰ ਅਸੀਂ ਦੇ ਦਾਂਗੇ। ਤੇ ਪਰ ਜੇ ਮੋਦੀ ਜੀ ਦਾ ਇਸ਼ਾਰਾ ਚਲਾ ਗਿਆ ਮਾਇਆਵਤੀ ਨੂੰ, ਫਿਰ ਉਸ ਤੋਂ ਚੁੱਪ ਵੀ ਕਰ ਗਿਆ। ਹੁਣ ਆ ਜਦੋਂ ਜਿਵੇਂ ਤੁਸੀਂ ਗੱਲ ਕੀਤੀ ਬੰਗਲੌਰੂ ਵਾਲੀ ਕਿ ਪਹਿਲਾਂ ਪਟਨਾ ਤੇ ਹੁਣ ਬੰਗਲੌਰੂ, ਇਹਨੇ ਤਰੇੜੀਆਂ ਤਾਂ ਲਿਆਂਦੀਆਂ ਬੀਜੇਪੀ ਔਰ ਇਸ ਚੀਜ਼ ਨੇ ਕਿਹਾ ਕਿ ਨਹੀਂ ਭਾਈ ਆਪਣਾ ਕੁਣਬਾ ਇਕੱਠਾ ਕਰੋ, ਆਪਣਾ ਟੁੱਟਿਆ ਹੋਇਆ ਪਰਿਵਾਰ ਜੋੜੋ, ਆਪਣੇ ਸ਼ਰੀਕਾਂ ਨੂੰ ਲਿਆਓ ਨਾਲ ਸਾਰੇ। ਸੋ ਹੁਣ ਇਹ ਭਾਈਚਾਰਾ ਇਕੱਠਾ ਕਰਦੀ ਫਿਰਦੀ ਹੈ ਬੀਜੇਪੀ। ਜਿਹੜੇ ਨਾਰਾਜ਼ ਸੀ ਉਹਨਾਂ ਨੂੰ ਉਹਨਾਂ 'ਚ ਫਿਰ ਅਕਾਲੀ ਦਲ ਵੀ ਤੇ ਰਾਜਨਾਥ ਸਿੰਘ ਕਹਿ ਗਏ ਸਾਡੇ ਤਾਂ ਦਿਲ 'ਚ ਵੱਸਦਾ। ਸੋ ਇਸ ਲਈ ਮਾਹੌਲ ਤਾਂ ਬਣਾਉਣਾ ਸ਼ੁਰੂ ਕਰ ਲਿਆ ਸੀ, ਬਸ ਉਸ ਨੂੰ ਹੁਣ ਅਮਲੀ ਰੂਪ ਦੇਣਾ ਤੇ ਉਹਦੀ ਬੈਠਕਾਂ ਦਿੱਲੀ ਦੇ ਵਿੱਚ ਚੱਲ ਰਹੀਆਂ ਔਰ ਅੱਜ ਜਾਂ ਕੱਲ੍ਹ ਇਹ ਗੱਠਜੋੜ ਦਾ ਐਲਾਨ ਵੀ ਹੋ ਸਕਦਾ। ਕਿਉਂਕਿ ਸੁਖਬੀਰ ਬਾਦਲ ਲਈ ਇਹ ਵੀ ਚੁਣੌਤੀ ਹੋਣੀ ਕਿ ਉਹੀ ਮਨਪ੍ਰੀਤ ਬਾਦਲ ਵੀ ਉੱਥੇ ਹੀ ਹੈ ਨਾ, ਉਹ ਕੈਪਟਨ ਜਿਹਨੇ ਸਾਨੂੰ ਅੰਦਰ ਦਿੱਤਾ ਸੀ ਔਰ ਜਿਹਦੇ ਬਾਰੇ ਅਸੀਂ ਕਹਿੰਦੇ ਸੀ ਇਹਦੀਆਂ ਪਜਾਮੀਆਂ ਦੇ ਚੂਹੇ ਛੱਡਣੇ, ਉਹ ਵੀ ਉੱਥੇ ਹੀ ਹੈ। ਸੋ ਹੁਣ ਉਹਨਾਂ ਦਾ ਪ੍ਰਧਾਨ ਵੀ ਕੱਲ੍ਹ ਨੂੰ ਕਾਂਗਰਸੀ ਬਣ ਸਕਦਾ, ਸਿੰਘੀ ਜਾਖੜ, ਫਿਰ ਉਹਦੀ ਉਂਗਲ ਫੜ ਕੇ ਵੀ ਤੁਰਨਾ ਪੈਣਾ। ਸੋ ਇਸ ਲਈ ਉਹਨੂੰ ਵੀ ਸਲਾਮ ਕਰਨਾ ਪੈਣਾ। ਅਕਾਲੀ ਦਲ ਇਹ ਵੀ ਸੋਚੇ, ਹੁਣ ਵਾਲੇ ਵੀ ਕਹਿੰਦੇ ਅੱਗੇ ਸਾਨੂੰ ਪਿਛਲੇ ਦਾ ਪਤਾ ਅੰਸਾਰੀ ਦਾ, ਹੁਣ ਵਾਲੇ ਗੈਂਗਸਟਰ ਦਾ ਨਹੀਂ ਪਤਾ ਜਿਹਦੀ ਲਾਈਵ ਵੀਡੀਓ ਜਾਂਦੀ ਹੈ, ਹੁਣ ਵਾਲੇ ਨੂੰ ਵੀ ਨਹੀਂ ਪਤਾ। ਲੋਕਾਂ ਨੂੰ, ਪੰਜਾਬ ਦੇ ਲੋਕਾਂ ਦੇ ਅੱਖਾਂ 'ਚ ਧੂੜ ਝੋਕਣ ਵਾਲਾ ਟਵੀਟ ਆ ਗਿਆ ਜੀ, ਚਿੱਠੀ ਲਿਖਤੀ ਜਾ ਲੈ ਬਾਈ ਭੇਜਤਾ ਰੰਧਾਵੇ ਨੂੰ, ਆਹ ਚੱਕ ਰੰਧਾਵੇ ਹੈ ਤੇਰੇ ਨਾਂ ਤੇ ਅੰਸਾਰੀ ਵਾਲਾ ਨੋਟਿਸ ਤੇ ਰੰਧਾਵਾ ਕਹਿੰਦੇ ਨੋਟਿਸ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਚੁੱਪ ਕਰਕੇ 55 ਲੱਖ ਭਰੋ, ਜੇ ਨਹੀਂ ਭਰਨਾ ਫਿਰ ਮੈਂ ਵਸੂਲੂਗਾ। ਆਪਾਂ ਇਕੱਲੇ ਹਿਸਾਬ ਕਿਤਾਬ ਲਾ ਕੇ ਦੱਸਤਾ ਕਿ ਹਾਂ ਭਾਈ 39 ਮਹੀਨੇ 10 ਦਿਨ ਲੱਗਣੇ ਆ, ਮਤਲਬ 3 ਸਾਲ 3 ਮਹੀਨੇ 10 ਦਿਨਾਂ ਦੇ ਵਿੱਚ 55 ਲੱਖ ਵਸੂਲ ਲੈਣਾ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪ ਜੀ, ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੀ ਸ਼ੁਰੂਆਤ 2024 ਦੀਆਂ ਲੋਕ ਸਭਾ ਚੋਣਾਂ ਤੋਂ ਕਰ ਲੈਂਦੇ ਆ। ਇੱਕ ਪਾਸੇ ਤਾਂ ਵਿਰੋਧੀ ਦਲਾਂ ਦੇ ਵੱਲੋਂ ਬੰਗਲੁਰੂ ਦੇ ਵਿੱਚ ਹੁਣ ਦੂਸਰੀ ਮੀਟਿੰਗ ਕੀਤੀ ਜਾਣੀ ਹੈ, ਦੂਜੇ ਪਾਸੇ ਬੀਜੇਪੀ ਪੰਜਾਬ ਦੇ ਵਿੱਚ ਪੈਰ ਪਸਾਰਨ ਦੇ ਲਈ ਪੱਬਾਂ ਭਾਰ ਹੈ, ਤੀਜੇ ਪਾਸੇ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਣ ਦੀਆਂ ਚਰਚਾਵਾਂ ਵੀ ਜ਼ੋਰਾਂ ਤੇ ਨੇ। ਹਾਲਾਂਕਿ ਅਕਾਲੀ ਦਲ ਦਾ ਹੁਣ ਬਸਪਾ ਦੇ ਨਾਲ ਗੱਠਜੋੜ ਹੈ, ਪਰ ਅਕਾਲੀ ਤੇ ਬੀਜੇਪੀ ਦੇ ਵੱਲੋਂ ਸੀਟਾਂ ਦੀ ਵੰਡ ਆਪਸ ਦੇ ਵਿੱਚ ਕੀਤੀ ਗਈ ਹੈ, ਪਰ ਬਸਪਾ ਨੂੰ ਪੁੱਛਿਆ ਤੱਕ ਨਹੀਂ ਹੈ। ਅਜਿਹੇ ਦੇ ਵਿੱਚ ਕੀ ਸਮਝਿਆ ਜਾਵੇ? ਬਿਲਕੁਲ ਜੀ, ਆਪਾਂ ਕੱਲ੍ਹ ਵੀ ਇਸ ਪਹਿਲੂ ਤੇ ਚਰਚਾ ਕਰ ਰਹੇ ਸੀਗੇ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਕਿਸੇ ਵੀ ਸਮੇਂ ਨਰਿੰਦਰ ਮੋਦੀ ਦੀ ਕੈਬਨਿਟ 'ਚ ਸ਼ਾਮਲ ਹੋ ਸਕਦੇ ਨੇ ਜੀ। ਸੋ ਉਸ ਦੀਆਂ ਚਰਚਾਵਾਂ ਅੱਜ ਹੋਰ ਜ਼ੋਰ ਫੜ ਚੁੱਕੀਆਂ ਨੇ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਬਿਲਕੁਲ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਅਕਾਲੀ ਦਲ ਦੇ ਲੀਡਰ ਔਰ ਬੀਜੇਪੀ ਦੇ ਲੀਡਰਾਂ ਨੇ ਮੇਜ਼ ਤੇ ਬੈਠ ਕੇ ਇੱਕ ਨਕਸ਼ਾ ਤਿਆਰ ਕਰ ਲਿਆ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਆਪਾਂ ਐਂ ਵੰਡ ਲੈਂਦੇ ਹਾਂ, ਤੇ ਜਿਹੜਾ ਅਕਾਲੀਆਂ ਨਾਲ ਭਾਈਵਾਲ ਪਾਰਟੀ ਉਹਨੂੰ ਪੁੱਛਿਆ ਹੀ ਨਹੀਂ। ਇਹ ਪਹਿਲਾ ਵਾਰ ਨਹੀਂ ਹੈ ਜੀ, ਇਹ ਅਜੇ ਬੰਦ ਕਮਰਾ ਹੈ, ਇਹ ਜੇ ਸਾਹਮਣੇ ਫੈਸਲਾ ਆਉਣਾ ਹੈ। ਇਹ ਆਉਣ ਤੋਂ ਪਹਿਲਾਂ ਅੰਦਰ ਦੀ ਗੁਪਤ ਗੱਲ ਹੈ ਕਿ ਹਾਂ ਅੰਦਰ ਇਹੋ ਜਿਹਾ ਕੁਝ ਤੈਅ ਹੋ ਰਿਹਾ। ਇਹ ਤੋਂ ਪਹਿਲਾਂ ਵੀ ਕਿਸੇ ਸਮੇਂ ਅਕਾਲੀ ਦਲ ਬਸਪਾ ਦਾ ਗੱਠਜੋੜ ਸੀ, ਉਹ ਠੀਕ ਠਾਕ ਪੰਜਾਬ ਦੇ ਵਿੱਚ ਉਹਨਾਂ ਦੀ ਸਥਿਤੀ ਸੀ, ਉਹਦੇ ਬਾਵਜੂਦ ਉਹਨਾਂ ਨੂੰ ਛੱਡ ਕੇ ਇਹਨਾਂ ਨੇ ਬੀਜੇਪੀ ਨਾਲ ਸਾਂਝ ਪਾ ਲਈ ਸੀ ਜੀ। ਸੋ ਜੇਕਰ ਉਹੋ ਜਿਹਾ ਦੁਬਾਰਾ ਹੁੰਦਾ ਤਾਂ ਕਹਿੰਦੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਮੰਤਰੀ ਮੰਡਲ ਦੇ ਨੁਮਾਇੰਦਿਆਂ ਦੇ ਨਾਲ 5 ਘੰਟੇ ਨਰਿੰਦਰ ਮੋਦੀ ਕੱਲ੍ਹ ਬੈਠਕ ਕਰਦੇ ਨੇ ਜੀ। ਪ੍ਰਗਤੀ ਮੈਦਾਨ ਦੇ ਵਿੱਚ ਉਹ ਨਵਾਂ ਸੈਂਟਰ ਬਣਾਇਆ ਉੱਥੇ, ਤੇ ਉਸ ਬੈਠਕ ਦੇ ਦੌਰਾਨ ਉਹ ਕੁਝ ਮੰਤਰੀਆਂ ਨੂੰ ਸੰਕੇਤ ਦਿੰਦੇ ਨੇ ਕਿ ਉਹਦੇ ਨਾਲੋਂ ਸੇਵਾ ਵੱਡੀ ਹੁੰਦੀ ਹੈ ਜੀ। ਤੇ ਮਤਲਬ ਉਹਨਾਂ ਦਾ ਇਸ਼ਾਰਾ ਸੀ ਕਿ ਤੁਹਾਨੂੰ ਹੁਣ ਮੰਤਰੀਆਂ ਵਾਲੇ ਉਹਦੇ ਛੱਡਣੇ ਪੈਣੇ ਆ, ਕਿਉਂਕਿ ਅਸੀਂ ਕੁਝ ਉਹਨਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਉਹਦੇ ਦੇਣੇ ਆ ਜਿਨ੍ਹਾਂ ਤੋਂ ਅਸੀਂ ਫਿਰ ਉਹਨਾਂ ਸੂਬਿਆਂ 'ਚ ਵੋਟਾਂ ਲੈਣੀਆਂ ਜੀ, ਕਿ ਸਿੱਧੀਆਂ ਜੇ ਬੀਜੇਪੀ ਨੂੰ ਨਾ ਆਉਣ ਤਾਂ ਉਹਨਾਂ ਦੇ ਬਹਾਨੇ ਨਾਲ ਕੁਝ ਵੋਟਾਂ ਵੀ ਆ ਜਾਣ। ਤੇ ਉਹਨਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਤੁਸੀਂ ਭਾਈ ਬਥੇਰਾ ਆਨੰਦ ਮੰਨ ਲਿਆ, ਹੁਣ ਥੋੜ੍ਹੀ ਬਹੁਤ ਪਾਰਟੀ ਜਾ ਕੇ ਸੇਵਾ ਕਰ ਲਓ, ਅਗਲੀ ਵਾਰ ਸਰਕਾਰ ਬਣ ਗਈ ਫਿਰ ਤੁਹਾਡਾ ਨੰਬਰ ਲੱਗ ਜਾਊਗਾ। ਸੋ ਉਹਨਾਂ ਮੰਤਰੀਆਂ ਨੂੰ, ਕੁਝ ਨੂੰ, ਆਪਣੇ ਮੰਤਰੀਆਂ ਨੂੰ ਜਿਹੜੇ ਬੀਜੇਪੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਹੁਣ ਹਟਾਇਆ ਜਾ ਸਕਦਾ, ਉਹਨਾਂ ਨੂੰ ਸੰਗਠਨ 'ਚ ਥਾਂ ਦਿੱਤੀ ਜਾ ਸਕਦੀ ਹੈ। ਔਰ ਬਾਕੀ ਦਲ ਜਿਹੜੇ ਸਹਿਯੋਗੀ ਹੈਗੇ ਨੇ ਜਾਂ ਜਿਨ੍ਹਾਂ ਨੂੰ ਪਹਿਲਾਂ ਸਹਿਯੋਗੀ ਸੀ ਹੁਣ ਦੁਬਾਰਾ ਛੱਡ ਕੇ ਚਲੇ ਗਏ, ਦੁਬਾਰਾ ਨਾਲ ਲਿਆਉਣਾ, ਉਹਨਾਂ 'ਚੋਂ ਕੁਝ ਮੈਂਬਰ ਪਾਰਲੀਮੈਂਟ ਵਾਲਿਆਂ ਨੂੰ ਮੰਤਰੀ ਉਹਦੇ ਦਿੱਤੇ ਜਾ ਸਕਦੇ ਨੇ।
ਇਸ ਸਭ ਦੇ ਦਰਮਿਆਨ ਜਿਹੜੀ ਦੇਖਣ ਵਾਲੀ ਗੱਲ ਉਹ ਇਹ ਹੈ ਕਿ ਬੀਜੇਪੀ ਦੇ ਨਾਲ ਜਿਹੜੇ ਦਲ ਨੇ ਐਨਡੀਏ ਦੇ ਜੀ ਉਹਨਾਂ ਚੋਂ ਕੁਝ ਨੂੰ ਮਜ਼ਬੂਤੀ ਮਿਲਣੀ ਹੈ, ਨਾਲ ਇਹ ਕਿ ਜਿਹੜੇ ਇੱਦਾਂ ਅਕਾਲੀ ਦਲ ਵਰਗੇ ਜਾਂ ਜਿਵੇਂ ਸ਼ਿਵ ਸੈਨਾ ਕਿਸੇ ਸਮੇਂ ਨਾਲ ਸੀ ਉਹ ਵੈਸੇ ਹੀ ਟੋਟੇ ਹੋ ਗਈ, ਠੀਕ ਹੈ, ਉਹਨੂੰ ਤੋੜ ਕੇ ਇੱਕ ਧਿਰ ਨੂੰ ਨਾਲ ਲੈ ਗਏ। ਦੂਸਰੇ ਪਾਸੇ ਪੰਜਾਬ ਦੇ ਵਿੱਚ ਅਕਾਲੀ ਦਲ ਚੋਂ ਨਿਕਲ ਕੇ ਇੱਕ ਢੀਂਡਸੇ ਵਾਲਾ ਧੜਾ ਬਣ ਗਿਆ, ਦੂਜਾ ਬੀਬੀ ਜਗੀਰ ਕੌਰ ਵਾਲਾ ਧੜਾ ਤਿਆਰ ਖੜਾ ਹੈ ਨਾ। ਸੋ ਇਹ ਸਾਰਿਆਂ ਦੇ ਵਿੱਚੋਂ ਕੀ ਸਾਰਿਆਂ ਨੂੰ ਇਕੱਠਿਆਂ ਕਰਨ ਤੋਂ ਬਾਅਦ ਅਕਾਲੀ ਦਲ ਨੂੰ ਨਾਲ ਲਿਆਉਣਗੇ ਜਾਂ ਇਕੱਲੇ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਸਿੱਧਾ ਨਾਲ ਆਊਗਾ, ਬਾਅਦ ਚੋਂ ਢੀਂਡਸਿਆਂ ਦੀ ਮਜਬੂਰੀ ਬਣ ਜਾਣੀ ਕਿਉਂਕਿ ਉਹ ਤਾਂ ਪਹਿਲਾਂ ਹੀ ਨਾਲੇ ਨੇ। ਸੋ ਇਹ ਸਾਰੀ ਸਥਿਤੀ ਦੇ ਵਿੱਚ ਅਹਿਮ ਰੋਲ ਸੀਗਾ ਕਿ ਭਾਈ ਜੇ ਪੰਜਾਬ 'ਚ ਗੱਠਜੋੜ ਹੋ ਗਿਆ ਤਾਂ ਫਿਰ ਆਪਾਂ 24 ਕਿਵੇਂ ਲੜਨਾ। ਫਿਰ ਉਹਦੇ ਵਿੱਚ ਕਹਿੰਦੇ ਇਹ ਗੱਲ ਹੈ ਕਿ 27 ਵਾਲੀ ਗੱਲ ਬਾਅਦ ਚੋਂ ਕਰਾਂਗੇ ਜੀ, ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਲ ਬਾਅਦ ਚੋਂ ਕਰਾਂਗੇ ਕਿਉਂਕਿ ਪਹਿਲਾਂ 23 ਤੇ ਲੜਦੀ ਸੀ ਬੀਜੇਪੀ ਸਿਰਫ 117 ਦੇ ਵਿੱਚੋਂ। ਸੋ ਇਸ ਲਈ ਹੁਣ ਉੱਥੇ ਵੀ ਅੱਧਾ ਭਾਲਦੇ ਨੇ ਤੇ ਆਹ ਲੋਕ ਸਭਾ ਸੀਟਾਂ 'ਚ ਵੀ ਉਹ ਬਰਾਬਰ ਭਾਲਦੇ ਸੀ। ਹੁਣ 13 ਦਾ ਅੱਧਾ 6.5 ਹੁੰਦਾ, ਫਿਰ 6.5 ਤਾਂ ਹੋ ਨਹੀਂ ਸਕਦੀਆਂ ਸੀ। ਸੋ ਇਸ ਲਈ ਕਿਸੇ ਕੋਲ 6 ਤਾਂ ਕਿਸੇ ਕੋਲ 7 ਜਾਣੀਆਂ ਸੀ। ਪਰ ਇਹ ਸਾਰੀ ਸਥਿਤੀ ਦੇ ਵਿੱਚ ਉਹ ਕਹਿੰਦੇ ਕਿ ਐਂ ਕਰੋ ਕਿ ਆਪਾਂ ਵਿਧਾਨ ਸਭਾ ਚੋਣਾਂ ਨੂੰ ਅਜੇ ਲਾਂਭੇ ਰੱਖ ਦਿਓ, ਸਿਰਫ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਗੱਲ ਕਰੋ ਤੇ ਫਿਲਹਾਲ ਆਪਾਂ ਪਹਿਲਾ ਫਾਰਮੂਲਾ ਇਹ ਕਰੋ ਕਿ ਆਪਾਂ ਬੀਬੀ ਹਰਸਿਮਰਤ ਕੌਰ ਨੂੰ ਝੰਡੀ ਵਾਲੀ ਕਾਰ ਦਿਓ। ਜਿਹੜਾ ਕੱਲ ਮੰਤਰੀ ਮੰਡਲ ਨਾਲ ਬੈਠਕ ਹੋਈ ਨਰਿੰਦਰ ਮੋਦੀ ਦੀ, ਉਸ ਬੈਠਕ ਦੇ ਵਿੱਚ ਲਗਭਗ ਇਹ ਤੈਅ ਹੋ ਜਾਣਾ ਸੀ ਕਿ ਭਾਈ ਕਿਹਨੂੰ ਮੰਤਰੀ ਲੈਣਾ ਤੇ ਕਿਹਨੂੰ ਹਟਾਉਣਾ, ਕਿਉਂਕਿ ਮੂਰੇ ਜਤਿੰਦਰ ਜੀ ਚੋਣਾਂ ਪਈਆਂ ਨੇ 5 ਸੂਬਿਆਂ ਦੀਆਂ। ਉਹਨਾਂ 5 ਸੂਬਿਆਂ ਦੀ ਚੋਣਾਂ ਨੂੰ ਧਿਆਨ 'ਚ ਰੱਖ ਕੇ ਬੀਜੇਪੀ ਉੱਥੋਂ ਵੀ ਕੁਝ ਲੀਡਰਾਂ ਨੂੰ ਮੰਤਰੀ ਬਣਾਉਣਾ ਚਾਹੁੰਦੀ ਆ ਤਾਂ ਕਿ ਉੱਥੇ ਵਾਲੀ ਪੈਂਠ ਵੱਧ ਸਕੇ ਤੇ ਵੋਟਾਂ ਲੈ ਲਈਏ। ਪਰ ਅਚਾਨਕ ਆਹ ਗੱਠਜੋੜ ਦੀ ਗੱਲ ਤੁਰਨ ਦੇ ਨਾਲ 20 ਜੁਲਾਈ ਨੂੰ ਜਿਹੜਾ ਮਾਨਸੂਨ ਸੈਸ਼ਨ ਹੋਣਾ ਹੈ ਉਸ ਤੋਂ ਕੁਝ ਦਿਨ ਪਹਿਲਾਂ ਹੁਣ ਫੇਰ ਬਦਲ ਹੋ ਸਕਦਾ, ਜਿਹੜਾ ਕੱਲ੍ਹ ਹੋਣ ਦੀ ਸੰਭਾਵਨਾ ਸੀ। ਸੋ ਹੁਣ 20 ਜੁਲਾਈ ਤੋਂ ਪਹਿਲਾਂ ਜੇ ਕਿਸੇ ਵੀ ਦਿਨ ਬੀਬੀ ਹਰਸਿਮਰਤ ਕੌਰ ਨਵਾਂ ਸੂਟ ਪਾ ਕੇ ਤੁਹਾਨੂੰ ਮੰਤਰੀ ਦੀ ਸਹੁੰ ਚੁੱਕਦਿਆਂ ਨਜ਼ਰ ਆ ਜਾਣ ਤਾਂ ਹੈਰਾਨ ਨਾ ਹੋਇਓ ਕਿ ਇਹ ਰੂਟੀਨ ਵਰਤਾਰਾ ਹੋ ਸਕਦਾ। ਔਰ ਰਹੀ ਗੱਲ ਗੱਠਜੋੜ ਦੀ, ਇਹ ਦੁਬਾਰਾ ਐਲਾਨ ਹੋਣਾ। ਗੱਠਜੋੜ ਕਦੇ ਟੁੱਟਿਆ ਹੀ ਨਹੀਂ ਸੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਨੇ ਭਾਜਪਾ ਨਾਲ ਰੋਸੇ ਵਜੋਂ ਗੱਠਜੋੜ ਨਹੀਂ ਤੋੜਿਆ ਸੀ, ਲੋਕਾਂ ਦੇ ਡਰ ਔਰ ਦਬਾਅ ਕਰਕੇ ਤੋੜਿਆ ਸੀ। 3 ਖੇਤੀ ਕਾਨੂੰਨਾਂ ਦੇ ਹੱਕ 'ਚ ਸੀ ਅਕਾਲੀ ਦਲ, ਤਾਂ ਉਹਨਾਂ ਦੇ ਸ਼ੋਸ਼ੇ ਗਾਉਂਦੇ ਸੀ, ਗੋਗੇ ਗਾਉਂਦੇ ਸੀ, ਉਹਨਾਂ ਦੀ ਚਿੱਠੀਆਂ ਦਿਖਾਉਂਦੇ ਸੀ, ਤੋਮਰ ਦਾ ਹੱਕ ਪੂਰਦੇ ਸੀ। ਤੇ ਉਸ ਦੇ ਬਾਵਜੂਦ ਰੋਹ ਇੰਨਾ ਵਧਿਆ, ਵਿਦਰੋਹ ਇੰਨਾ ਵਧਿਆ, ਗੁੱਸਾ ਇੰਨਾ ਵਧਿਆ ਪੰਜਾਬ ਦੇ ਲੋਕਾਂ 'ਚ ਔਰ ਕਿਸਾਨਾਂ 'ਚ ਕਿ ਮਜਬੂਰੀ ਬਸ ਇਹਨਾਂ ਨੂੰ ਝੰਡੀ ਵਾਲੀ ਕਾਰ ਛੱਡ ਕੇ ਟਰੈਕਟਰ ਤੇ ਚੜ੍ਹਨਾ ਪੈ ਗਿਆ ਸੀ। ਸੋ ਇਸ ਲਈ ਉਹ ਅੰਦਰ ਖਾਤੇ ਸਮਝੌਤਾ ਅੱਜ ਵੀ ਹੈਗਾ, ਬਸ ਉਸ ਨੂੰ ਸਾਹਮਣੇ ਲਿਆਉਣਾ। ਤੇ ਜਦੋਂ ਇਸ ਗੱਲ ਤੇ ਆਈ ਕਿ ਗੱਲ ਫਿਰ ਸੀਟਾਂ ਦੀ ਵੰਡ, ਕਹਿੰਦੇ ਜੀ ਬੀਜੇਪੀ ਤਾਂ 3 ਤੇ ਲੜਦੀ ਹੁੰਦੀ ਸੀ, 13 ਚੋਂ 10 ਤੇ ਅਕਾਲੀ ਦਲ ਲੜਦਾ ਸੀ। ਉਹ ਕਹਿੰਦੇ ਜੀ ਹੁਣ ਪੁਰਾਣੀ ਗੱਲ ਭੁੱਲ ਜਾਓ, ਬਰਾਬਰ ਤੇ ਆਓ। ਤੇ ਜਦੋਂ ਬਰਾਬਰ ਤੇ ਗੱਲ ਆਈ ਕਹਿੰਦੇ ਫਿਰ ਐਂ ਕਰੋ 7-6 ਕਰ ਲਓ ਕਿ ਬੀਜੇਪੀ ਕਹਿੰਦੇ ਅਸੀਂ 7, ਕਹਿੰਦੇ ਨਹੀਂ ਜੀ ਅਸੀਂ 7 ਤੇ ਲੜਾਂਗੇ, ਤੁਸੀਂ 6 ਤੇ ਲੜ ਲਓ। ਸੋ ਕਹਿੰਦੇ ਅੱਛਾ। ਤੇ ਫਿਰ ਅਚਾਨਕ ਅਕਾਲੀ ਦਲ ਦੇ ਇੱਕ ਲੀਡਰ ਨੇ ਨਾਲ ਕਿਹਾ ਬਾਦਲ ਸਾਹਿਬ ਨੂੰ ਕਿ ਬਾਦਲ ਸਾਹਿਬ ਬਸਪਾ ਕਹਿੰਦੇ ਜੀ ਫਿਰ 1 ਸੀਟ, ਉਹ ਕਹਿੰਦੇ ਨਾ ਤੁਸੀਂ ਆਪਣੇ ਵਾਲ 'ਚੋਂ ਛੱਡੋ, ਉਹ ਕਹਿੰਦੇ ਨਹੀਂ ਤੁਹਾਡੇ ਵਾਲ 'ਚੋਂ। ਅਕਾਲੀ ਦਲ ਇਸ ਗੱਲ ਤੇ ਆਇਆ ਕਿ 7-5-1 ਕਰ ਲਓ ਹੁਣ, ਕਿ 7 ਤੇ ਅਸੀਂ ਲੜਾਂਗੇ, 5 ਤੇ ਤੁਸੀਂ ਲੜ ਲਓ, 1 ਬਸਪਾ ਨੂੰ ਛੱਡ ਦਿੰਦੇ ਆ। ਮਤਲਬ ਬਸਪਾ ਨੂੰ ਬਿਨਾਂ ਪੁੱਛਿਆ ਆਪੇ ਤੈਅ ਕਰੀ ਜਾਂਦੇ ਕਿ ਤੁਹਾਨੂੰ 1 ਸੀਟ ਛੱਡ ਦਿੰਦੇ ਆ। ਪਤਾ ਨਹੀਂ ਬਸਪਾ ਕੱਲ ਨੂੰ 13 ਤੇ ਹੀ ਲੜ ਲਵੇ ਜੇ ਤੁਸੀਂ ਨਾਲ ਨਹੀਂ ਰੱਖਣੀ। ਅਗਲੇ ਕਹਿਣਗੇ ਅਸੀਂ ਸਾਰਿਆਂ ਤੇ ਲੜ ਲੈਣੇ ਆ। ਚਲੋ ਫਿਰ ਕੁਝ ਲੀਡਰ ਜਿਨ੍ਹਾਂ ਨੂੰ ਤੁਸੀਂ ਟਿਕਟਾਂ ਦੇਣੀ ਉਹਨੂੰ ਅਸੀਂ ਦੇ ਦਾਂਗੇ, ਜਿਨ੍ਹਾਂ ਨੂੰ ਬੀਜੇਪੀ ਨਹੀਂ ਦੇਣੀ ਉਹਨਾਂ ਨੂੰ ਅਸੀਂ ਦੇ ਦਾਂਗੇ। ਸੋ ਇਦਾਂ ਹੁੰਦਾ ਹੋਇਆ। ਸੋ ਇਸ ਲਈ ਇਹ 1 ਦੇ ਰਹੇ ਨੇ, ਉਹ 13 ਤੇ ਵੀ ਲੜ ਸਕਦੀ ਆ। ਤੇ ਪਰ ਜੇ ਮੋਦੀ ਜੀ ਦਾ ਇਸ਼ਾਰਾ ਚਲਾ ਗਿਆ ਮਾਇਆਵਤੀ ਨੂੰ, ਫਿਰ ਉਸ ਦਾ ਚੁੱਪ ਵੀ ਕਰ ਜਾਵੇ, ਕਿਉਂਕਿ ਇਹ ਵੀ ਸਾਰਿਆਂ ਨੂੰ ਪਤਾ ਕਿ ਹਾਂ ਹਾਥੀ ਕਿੱਧਰ ਨੂੰ ਤੁਰਦਾ। ਸੋ ਇਹ ਸਾਰੇ ਦੇ ਵਰਤਾਰੇ ਦੇ ਦਰਮਿਆਨ ਇਹ ਤੈਅ ਹੋ ਗਿਆ ਕਿ ਜੀ 7 ਤੇ ਅਕਾਲੀ ਦਲ ਨੂੰ ਲੜਾ ਲਓ, 5 ਤੇ ਬੀਜੇਪੀ ਨੂੰ ਲੜਾ ਲਓ, 1 ਤੇ ਬਸਪਾ, ਜੇ ਬਸਪਾ ਸਾਥ ਛੱਡ ਗਈ ਫਿਰ ਉਹ ਵੀ ਬੀਜੇਪੀ ਨੂੰ ਦੇ ਦਿਓ, ਫਿਰ 7-6 ਦੇ ਫਾਰਮੂਲੇ ਤੇ ਆ ਜਾਊਗੇ। ਸੋ ਇਹ ਆਪ ਇਹ ਟੇਬਲ ਤੇ ਤੈਅ ਆ ਜੀ। ਪਰ ਇਹ ਸਾਰਿਆਂ ਤੋਂ ਪਹਿਲਾਂ ਬੀਬੀ ਹਰਸਿਮਰਤ ਕੌਰ ਦਾ ਮੰਤਰੀ ਬਣਨਾ ਜ਼ਰੂਰੀ ਹੈ, ਔਰ ਇਸ ਗੱਲ ਦੀ ਸ਼ਰਤ ਤੇ, ਕਿਉਂਕਿ ਜਤਿੰਦਰ ਜੀ ਪਿਛਲੇ ਸਮੇਂ ਮਲੂਕਾ ਹੋਰੀ ਕਿੰਨੀ ਵਾਰ ਦਮ ਭਰਦੇ ਰਹੇ ਨੇ, ਕਿੰਨੀ ਵਾਰ ਚੰਦੂ ਮਾਜਰੇ ਹੋਰਾਂ ਦੀਆਂ ਗੱਲਾਂ 'ਚੋਂ ਗੱਲ ਨਿਕਲਦੀ ਰਹੀ ਹੈ, ਜਾਂ ਦਿੱਲੀ 'ਚ ਦੇਖੇ ਜਾਂਦੇ ਰਹੇ ਨੇ ਲੀਡਰਾਂ ਦੇ ਘਰਾਂ 'ਚ ਆਉਂਦੇ ਜਾਂਦੇ ਹੈ, ਜਾਂ ਫਿਰ ਬਾਦਲਾਂ ਦੇ ਭੋਗ ਤੋਂ ਬਾਅਦ ਇਹ ਗੱਲ ਚੱਲੀ ਕਿ ਹਾਂ ਇਹ ਸਾਰਾ ਗੱਠਜੋੜ ਹੋ ਸਕਦਾ ਹੈ। ਪਰ ਉਸ ਸਭ ਦੇ ਬਾਵਜੂਦ ਬੀਜੇਪੀ ਨੇ ਕਦੇ ਪਹਿਲ ਨਹੀਂ ਦਿਖਾਈ ਸੀ। ਹੁਣ ਆ ਜਦੋਂ ਜਿਵੇਂ ਤੁਸੀਂ ਗੱਲ ਕੀਤੀ ਬੰਗਲੌਰੂ ਵਾਲੀ ਕਿ ਪਹਿਲਾਂ ਪਟਨਾ ਤੇ ਹੁਣ ਬੰਗਲੌਰੂ, ਇਹਨੇ ਤਰੇੜੀਆਂ ਤਾਂ ਲਿਆਂਦੀਆਂ ਬੀਜੇਪੀ ਨੇ, ਔਰ ਇਸ ਚੀਜ਼ ਨੇ ਕਿਹਾ ਕਿ ਨਹੀਂ ਭਾਈ ਆਪਣਾ ਕੁਣਬਾ ਇਕੱਠਾ ਕਰੋ, ਆਪਣਾ ਟੁੱਟਿਆ ਹੋਇਆ ਪਰਿਵਾਰ ਜੋੜੋ, ਆਪਣੇ ਸ਼ਰੀਕਾਂ ਨੂੰ ਲਿਆਓ ਨਾਲ ਸਾਰੇ। ਸੋ ਹੁਣ ਇਹ ਭਾਈਚਾਰਾ ਇਕੱਠਾ ਕਰਦੀ ਫਿਰਦੀ ਹੈ ਬੀਜੇਪੀ। ਜਿਹੜੇ ਨਾਰਾਜ਼ ਸੀ ਉਹਨਾਂ 'ਚ ਫਿਰ ਅਕਾਲੀ ਦਲ ਵੀ ਹੈ। ਤੇ ਰਾਜਨਾਥ ਸਿੰਘ ਕਹਿ ਗਏ ਸਾਡੇ ਤਾਂ ਦਿਲ 'ਚ ਵੱਸਦਾ
ਸੋ ਇਸ ਲਈ ਮਾਹੌਲ ਤਾਂ ਬਣਾਉਣਾ ਸ਼ੁਰੂ ਕਰ ਲਿਆ ਸੀ, ਬਸ ਉਸ ਨੂੰ ਹੁਣ ਅਮਲੀ ਰੂਪ ਦੇਣਾ ਤੇ ਉਹਦੀ ਬੈਠਕਾਂ ਦਿੱਲੀ ਦੇ ਵਿੱਚ ਚੱਲ ਰਹੀਆਂ ਔਰ ਅੱਜ ਜਾਂ ਕੱਲ੍ਹ ਇਹ ਗੱਠਜੋੜ ਦਾ ਐਲਾਨ ਵੀ ਹੋ ਸਕਦਾ ਔਰ ਛੇਤੀ ਹੀ ਬੀਬੀ ਹਰਸਿਮਰਤ ਕੌਰ 20 ਜੁਲਾਈ ਤੋਂ ਪਹਿਲਾਂ ਮੰਤਰੀ ਮੰਡਲ ਵਿੱਚ ਸ਼ਾਮਲ ਵੀ ਹੋ ਸਕਦੀ ਹੈ, ਜੇਕਰ ਜੋ ਕੁਝ ਰਾਤ ਤੱਕ ਤੈਅ ਸੀ। ਕੱਲ੍ਹ ਨੂੰ ਕੁਝ ਬਦਲ ਜਾਵੇ, ਸਿਆਸਤ ਪਲਾਂ 'ਚ ਬਦਲਦੀ ਆ, ਕਿਉਂਕਿ ਸੁਖਬੀਰ ਬਾਦਲ ਲਈ ਇਹ ਵੀ ਚੁਣੌਤੀ ਹੋਣੀ ਕਿ ਉਹੀ ਮਨਪ੍ਰੀਤ ਬਾਦਲ ਵੀ ਉੱਥੇ ਹੀ ਹੈ, ਬਿਲਕੁਲ ਹੈ ਨਾ, ਉਹ ਕੈਪਟਨ ਜਿਹਨੇ ਸਾਨੂੰ ਅੰਦਰ ਦਿੱਤਾ ਸੀ ਔਰ ਜਿਹਦੇ ਬਾਰੇ ਅਸੀਂ ਕਹਿੰਦੇ ਸੀ ਇਹਦੀਆਂ ਪਜਾਮੀਆਂ 'ਚ ਚੂਹੇ ਛੱਡਣੇ, ਉਹ ਵੀ ਉੱਥੇ ਹੀ ਹੈ। ਸੋ ਹੁਣ ਉਹਨਾਂ ਦਾ ਪ੍ਰਧਾਨ ਵੀ ਕੱਲ੍ਹ ਨੂੰ ਕਾਂਗਰਸੀ ਬਣ ਸਕਦਾ, ਸੁਨੀਲ ਜਾਖੜ, ਫਿਰ ਉਹਦੀ ਉਂਗਲ ਫੜ ਕੇ ਵੀ ਤੁਰਨਾ ਪੈਣਾ। ਸੋ ਇਸ ਲਈ ਉਹਨੂੰ ਵੀ ਸਲਾਮ ਕਰਨਾ ਪੈਣਾ। ਅਕਾਲੀ ਦਲ ਇਹ ਵੀ ਸੋਚੇ। ਸੋ ਇਸ ਲਈ ਬਹੁਤ ਕੁਝ ਸੋਚਣ ਸਮਝਣ ਨੂੰ ਹੈ। ਸਿਆਸਤ ਕਦੋਂ ਕੀ ਦਾ ਵਟਾਉਂਦੀ ਹੈ ਕੁਝ ਨਹੀਂ ਪਤਾ, ਇੱਥੇ ਕੁਝ ਵੀ ਅਸੰਭਵ ਨਹੀਂ ਹੁੰਦਾ। ਪਰ ਅੱਜ ਦੀ ਤਰੀਕ 'ਚ ਲਗਭਗ ਤੈਅ ਆ ਕਿ 7 ਤੇ ਅਕਾਲੀ ਦਲ, 5 ਤੇ ਬੀਜੇਪੀ ਔਰ 1 ਤੇ ਬਸਪਾ ਲੜੇਗੀ। ਪਰ ਬਸਪਾ ਨੂੰ ਬਿਨਾਂ ਪੁੱਛਿਆ ਹੈ ਤੇ ਦੂਸਰੇ ਪਾਸੇ ਹਰਸਿਮਰਤ ਕੌਰ ਛੇਤੀ ਹੀ ਕੈਬਨਿਟ ਦੇ ਮੰਤਰੀ ਮੋਦੀ ਸਰਕਾਰ ਦੇ ਵਿੱਚ ਬਣ ਸਕਦੇ ਆ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਕੱਲ ਵੀ ਆਪਾਂ ਇਸ ਸਮੇਂ ਇਸ ਤੇ ਚਰਚਾ ਕਰ ਰਹੇ ਸੀ ਕਿ ਮੁਖਤਾਰ ਅੰਸਾਰੀ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰੱਖਣ ਤੇ ਜੋ VIP ਟ੍ਰੀਟਮੈਂਟ ਮੁਖਤਾਰ ਅੰਸਾਰੀ ਨੂੰ ਜੇਲ੍ਹਾਂ ਵਿੱਚ ਦਿੱਤਾ ਗਿਆ ਉਸ ਤੇ 55 ਲੱਖ ਰੁਪਏ ਦਾ ਖਰਚ ਕੀਤਾ ਗਿਆ। ਤਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਉਸ ਸਮੇਂ ਕੈਪਟਨ ਦੀ ਸਰਕਾਰ ਸੀ, ਉਸੇ ਸਰਕਾਰ ਤੋਂ ਹੀ ਇਹ ਸਾਰੀ ਰਿਕਵਰੀ ਹੋਵੇਗੀ। ਤੇ ਕੱਲ ਬਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਰੇ ਦੋਸ਼ ਗਲਤ ਲਗਾ ਰਹੇ ਨੇ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਕਿ ਮੈਂ ਤਾਂ ਮੁਖਤਾਰ ਅੰਸਾਰੀ ਨੂੰ ਵੇਖਿਆ ਵੀ ਨਹੀਂ, ਮਿਲਿਆ ਵੀ ਨਹੀਂ, ਮੈਨੂੰ ਤਾਂ ਉਹਦੀ ਸ਼ਕਲ ਵੀ ਨਹੀਂ ਯਾਦ। ਕਹਿੰਦੇ ਕਿ ਜੇਕਰ ਪੰਜਾਬ ਦੇ ਵਿੱਚ ਅੱਗੇ ਜੇਲ੍ਹਾਂ ਦੇ ਵਿੱਚ ਕਿਸੇ ਨੂੰ ਲਿਆ ਕੇ ਪੁੱਛਗਿੱਛ ਕਰਨੀ ਉਹ ਪੁਲਿਸ ਦਾ ਕੰਮ ਹੁੰਦਾ, ਨਾ ਕਿ CM ਦਾ ਕੰਮ ਹੁੰਦਾ। ਤੇ ਹੁਣ ਇੱਕ ਨੋਟਸ ਦੀ ਵੀ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਕਹਿੰਦੇ ਕਿ ਨੋਟਸ ਭੇਜਿਆ, ਪਰ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਇਸ ਨੂੰ ਨੋਟਸ ਨਹੀਂ ਕਹਿੰਦੇ। ਕਿਵੇਂ ਵੇਖਦੇ ਹੋ? ਦੇਖੋ, ਇੱਕ ਤਾਂ ਰੌਲਾ ਪੈ ਰਿਹਾ ਕਿ ਨੋਟਸ ਜਾਰੀ ਕਰੋ, ਨੋਟਸ ਜਾਰੀ ਹੋ ਗਿਆ, ਨੋਟਸ ਮੁੱਖ ਮੰਤਰੀ ਨੇ ਜਾਰੀ ਕਰਤਾ। ਕੀ ਮੁੱਖ ਮੰਤਰੀ ਨੋਟਸ ਜਾਰੀ ਕਰ ਸਕਦਾ ਹੈ? ਕੀ ਇਹ ਨੋਟਸ ਸੀ ਜਾਂ ਆਰਡਰ ਸੀ ਜਾਂ ਇੱਕ ਸ਼ਗੂਫਾ ਸੀ, ਹੈ ਨਾ, ਕਿੰਨੀਆਂ ਤਰ੍ਹਾਂ ਦੇ। ਦੂਸਰਾ, ਜੇਲ੍ਹ 'ਚ ਕੌਣ ਬੰਦਾ ਹੈ? ਮੁੱਖ ਮੰਤਰੀ ਕਹਿੰਦੇ, ਪਹਿਲੇ ਮੁੱਖ ਮੰਤਰੀ ਕਹਿੰਦੇ ਮੈਨੂੰ ਨਹੀਂ ਪਤਾ, ਹੈ ਨਾ, ਪਹਿਲਾਂ ਗ੍ਰਹਿ ਮੰਤਰੀ ਤੇ ਜੇਲ੍ਹ ਮੰਤਰੀ ਕਹਿੰਦਾ ਮੈਨੂੰ ਨਹੀਂ ਪਤਾ। ਤੇ ਹੁਣ ਵਾਲੇ ਵੀ ਕਹਿੰਦੇ ਆ ਕਿ ਸਾਨੂੰ ਪਿਛਲੇ ਦਾ ਤਾਂ ਪਤਾ ਅੰਸਾਰੀ ਦਾ, ਹੁਣ ਵਾਲੇ ਗੈਂਗਸਟਰ ਦਾ ਨਹੀਂ ਪਤਾ ਜਿਹਦੀ ਲਾਈਵ ਵੀਡੀਓ ਹੋ ਜਾਂਦੀ ਹੈ, ਹੁਣ ਵਾਲੇ ਨੂੰ ਵੀ ਨਹੀਂ ਪਤਾ। ਉਹ ਹੁਣ ਤੱਕ ਉਹ ਇੰਟਰਵਿਊ ਜਿਹਦੀ ਹੋਈ ਉਹਦਾ ਪਤਾ ਹੀ ਨਹੀਂਗਾ, ਉਹਦੇ ਬਾਰੇ ਚਰਚਾ ਹੀ ਨਹੀਂ ਕਿ ਮੌਜੂਦਾ ਦੌਰ 'ਚ ਵੀ ਸਾਰਾ ਕੁਝ ਹੋ ਰਿਹਾ ਨਾ, ਮਤਲਬ। ਸੋ ਇਸ ਲਈ ਹੁਣ ਵਾਲੇ ਦਾ ਨਹੀਂ ਪਤਾ, ਪਿਛਲੇ ਦਾ ਪਤਾ। ਸੋ ਇਹ ਸਾਰਾ ਵਰਤਾਰਾ ਸਿਆਸੀ ਹੈ, ਲੋਕਾਂ ਨੂੰ, ਪੰਜਾਬ ਦੇ ਲੋਕਾਂ ਦੇ ਅੱਖਾਂ 'ਚ ਧੂੜ ਝੋਕਣ ਵਾਲਾ, ਮੂਰਖ ਬਣਾਉਣ ਵਾਲਾ ਕਿ ਇਹਨਾਂ ਮੁੱਦਿਆਂ ਤੇ ਉਲਝੇ ਰਹੋ, ਰੋਜ਼ TV ਤੇ ਬਹਿਸ ਕਰੋ, ਚੈਨਲਾਂ ਤੇ ਦੇਖੋ, ਅਖਬਾਰਾਂ 'ਚ ਖਬਰਾਂ ਪੜ੍ਹੋ, ਹੈ ਨਾ, ਟਵੀਟ ਆ ਗਿਆ ਜੀ, ਚਿੱਠੀ ਲਿਖਤੀ ਜਾ ਲੈ ਬਾਈ ਭੇਜਤਾ ਰੰਧਾਵੇ ਨੂੰ, ਆਹ ਚੱਕ ਰੰਧਾਵੇ, ਹੈ ਤੇਰੇ ਨਾਂ ਤੇ ਅੰਸਾਰੀ ਵਾਲਾ ਨੋਟਿਸ। ਤੇ ਰੰਧਾਵਾ ਕਹਿੰਦੇ ਇਹਨੂੰ ਨੋਟਿਸ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ। ਹੋਰ ਛੱਡੋ, ਮੈਂ ਇੱਕ ਹੋਰ ਗੱਲ ਦੱਸਦਾ ਜੀ। ਪਿਛਲੇ ਦਿਨੀ ਜਦੋਂ ਪ੍ਰਿੰਸੀਪਲ ਬੁੱਧਰਾਮ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜੀ, ਉਦਣ ਉਸ ਚਿੱਠੀ ਜਿਹੜੀ ਜਾਰੀ ਹੋਈ ਉਹਦੇ ਥੱਲੇ ਮੁੱਖ ਮੰਤਰੀ ਸਾਹਿਬ ਦੇ ਦਸਤਖਤ ਨਹੀਂ ਸੀ, ਪਰ ਉਹਦੇ ਨਾਲ ਹੀ ਹੋਰ ਅਹੁਦਿਆਂ ਦੇ ਦਾਰ ਲਈ ਜਿਹੜੀ ਚਿੱਠੀ ਜਾਰੀ ਹੋਈ ਉਹਦੇ ਪਰ ਮੁੱਖ ਮੰਤਰੀ ਸਾਹਿਬ ਦੇ ਦਸਤਖਤ ਸੀ। ਉਹਦੇ ਵਿੱਚ ਮਤਲਬ ਕਿ ਸੀਨੀਅਰ ਮੀਤ ਪ੍ਰਧਾਨ ਹੈ ਜੀ, ਅਮੀਤ ਪ੍ਰਧਾਨ ਹੈ ਜੀ, ਸੈਕਟਰੀ ਹੈ ਜੀ, ਖਜ਼ਾਨਚੀ ਹੈ ਜੀ, ਜਾਂ ਉਹਦੇ ਜਾਰੀ ਹੋਏ। ਉਹਨਾਂ 'ਚ ਥੱਲੇ ਸੰਦੀਪ ਪਾਠਕ, ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ, ਮਤਲਬ ਪ੍ਰਧਾਨ ਹੋਣ ਦੇ ਨਾਤੇ ਸੀ ਉਹ ਕਿ ਪਾਰਟੀ ਦੇ ਪ੍ਰਧਾਨ ਨੇ, ਪਰ ਦਸਤਖਤ ਭਗਵੰਤ ਮਾਨ ਦੇ ਨੇ। ਕੱਲ ਜਿਹੜੀ ਚਿੱਠੀ ਰੰਧਾਵੇ ਦੇ ਨਾਂ ਤੇ ਜਾਰੀ ਹੋਈ ਉਹਦੇ ਥੱਲੇ ਵੀ ਦਸਤਖਤ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਨੇ। ਇੱਕ ਪਾਸੇ ਪਾਰਟੀ ਪ੍ਰਧਾਨ ਦੇ ਨਾਤੇ ਭਗਵੰਤ ਮਾਨ ਦੇ ਦਸਤਖਤ ਨੇ, ਦੂਏ ਪਾਸੇ ਮੁੱਖ ਮੰਤਰੀ ਦੇ ਨਾਤੇ। ਬੰਦਾ ਤਾਂ ਇੱਕੋ ਹੈ ਨਾ, ਦਸਤਖਤ ਤਾਂ ਇੱਕੋ ਨੇ, ਫਿਰ ਉਹਨਾਂ 'ਚ ਫਰਕ ਕੀ ਹੋਇਆ ਜੀ? ਦੋ ਹੀ ਚਿੱਠੀਆਂ ਮੇਰੇ ਕੋਲ ਪਈਆਂ, ਜਿਹਨੇ ਦੇਖਣੀਆਂ ਹੁਣ ਆ ਕੇ ਦੇਖ ਲੈਣ, ਦਸਤਖਤ ਹੀ ਨਹੀਂ ਮਿਲਦੇ ਆਪਸ 'ਚ। ਸੋ ਇਹਦੀ ਚਰਚਾ ਹੋਈ ਜਾਂਦੀ ਹੈ ਕਿ ਦਸਤਖਤ ਮੁੱਖ ਮੰਤਰੀ ਸਾਹਿਬ ਤੇ ਕੋਈ ਹੋਰ ਤਾਂ ਨਹੀਂ ਕਰੀ ਜਾਂਦਾ। ਸੋ ਇਹ ਰੌਲਾ ਪੈਂਦਾ। ਪਰ ਇੱਧਰ ਰੰਧਾਵਾ ਕਹਿੰਦੇ ਕਾਨੂੰਨੀ ਤੌਰ ਤੇ ਨੋਟਿਸ ਨਹੀਂ ਹੈ, ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਚੁੱਪ ਕਰਕੇ 55 ਲੱਖ ਭਰੋ, ਜੇ ਨਹੀਂ ਭਰਨਾ ਫਿਰ ਮੈਂ ਵਸੂਲੂਗਾ। ਆਪਾਂ ਇਕੱਲੇ ਹਿਸਾਬ ਕਿਤਾਬ ਲਾ ਕੇ ਦੱਸਤਾ ਕਿ ਹਾਂ ਭਾਈ 39 ਮਹੀਨੇ 10 ਦਿਨ ਲੱਗਣੇ ਆ, ਮਤਲਬ 3 ਸਾਲ 3 ਮਹੀਨੇ 10 ਦਿਨਾਂ ਦੇ ਵਿੱਚ 55 ਲੱਖ ਵਸੂਲ ਲੈਣਾ। ਤੇ ਰੰਧਾਵਾ ਹੋਰੀ ਕਹਿੰਦੇ ਜੀ ਇਹ ਤਾਂ 17 ਲੱਖ ਆ, ਉਹ ਕਹਿੰਦੇ ਨਾ ਸਾਡੇ ਕੋਲ ਸਾਰਾ ਹਿਸਾਬ ਕਿਤਾਬ ਪਿਆ। ਸੋ ਇਹ ਜਿਹੜੀ ਤੂੰ ਮੈਂ ਆ ਗਈ, ਇੱਥੋਂ ਤੱਕ ਤੂੰ ਮੈਂ ਆ ਗਈ ਕਿ ਰੰਧਾਵਾ ਹੋਰਾਂ ਨੇ ਕੱਲ ਇੱਕ ਪੱਤਰਕਾਰ ਨੂੰ ਗੱਡੀ 'ਚ ਉਤਾਰਤਾ ਕਿ ਚੱਲ ਉੱਤਰ ਥੱਲੇ। ਸੋ ਮਤਲਬ ਇਹ ਤਲਖੀ ਹੈ, ਇਹ ਖੌਫ ਹੈ, ਇਹ ਸਿਆਸਤ ਦਾ ਗ੍ਰਾਫ ਡਿੱਗ ਰਿਹਾ ਕਿ ਅਸੀਂ ਮੁੱਖ ਮੰਤਰੀ ਸਾਹਿਬ ਇਹ ਨੋਟਿਸ ਭੇਜੀ ਜਾਂਦੇ ਨੇ, ਮੁੱਖ ਮੰਤਰੀ ਸਾਹਿਬ ਇਹ ਹੁਕਮ ਸੁਣਾਈ ਜਾਂਦੇ ਨੇ, ਹੈ ਨਾ, ਮਤਲਬ ਜਿਹੜੇ ਕੰਮ ਸੈਕਟਰੀ ਕਰ ਸਕਦਾ ਹੈ, ਜਿਹੜੇ ਕੰਮ ਅਫਸਰਸ਼ਾਹੀ ਕਰ ਸਕਦੀ ਹੈ, ਉਹ ਵੀ ਕੰਮ ਮੁੱਖ ਮੰਤਰੀ ਸਾਹਿਬ ਕਰੀ ਜਾਂਦੇ ਨੇ। ਸੋ ਇਸ ਨੂੰ ਲੈ ਕੇ ਵੀ ਸਵਾਲ ਹੈ ਕਿ ਕੀ ਇਹ ਸਿਰਫ ਆਪਣੇ ਆਪ ਨੂੰ ਕਿ ਮੈਂ ਹੀ ਸਾਰਾ ਕੁਝ ਕਰੂੰਗਾ, ਮੇਰੇ ਹੀ ਹੁਕਮਾਂ ਨਾਲ ਹੋਊਗਾ, ਐਂ ਲੱਗੇ ਮੈਂ ਹੀ ਕਰ ਰਿਹਾ, ਇਹ ਇਸ ਲਈ ਹੈ, ਜਾਂ ਮੁੱਖ ਮੰਤਰੀ ਸਾਹਿਬ ਕਾਹਲ ਚ ਇੰਨੇ ਨੇ ਕਿ ਪੁਰਾਣੇ ਇੰਨੇ ਮਾਮਲੇ ਖੋਲ ਦਿਓ ਕਿ ਸਾਰੇ ਉਲਝੇ ਰਹਿਣ ਤੇ ਸਾਡੀ ਸਰਕਾਰ ਦੀਆਂ ਨਾਕਾਮੀਆਂ ਦਬੀਆਂ ਰਹਿਣ, ਕੀ ਉਸ ਲਈ ਹੈ?
ਜਾਂ ਸੱਚਮੁੱਚ ਇਹ ਪੈਸੇ ਦੀ ਭਰਪਾਈ ਲਈ ਆ, ਪੰਜਾਬ ਦੇ ਖਜ਼ਾਨੇ ਲਈ ਆ। ਸੋ ਜੇਕਰ ਇਹ ਸਾਰਾ ਕੁਛ ਹੈ ਤਾਂ ਮੌਜੂਦਾ ਦੌਰ 'ਚ ਜੋ ਕੁਛ ਜੇਲ੍ਹਾਂ 'ਚ ਹੋ ਰਿਹਾ ਉਸ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਅਜੇ ਵੀ ਸਾਰਾ ਕੁਛ ਵਰਤਾਰਾ ਜਾਰੀ ਹੈ। ਜੇਲ੍ਹਾਂ 'ਚ ਕਤਲ ਹੋਏ ਪੰਜਾਬ ਦੀਆਂ ਜੇਲ੍ਹਾਂ 'ਚ ਇਸ ਸਰਕਾਰ ਦੇ ਸਮੇਂ, ਜਨਮ ਦਿਨ ਦੇ ਕੇਕ ਕੱਟੇ ਜਾਂਦੇ ਰਹੇ, ਪੁਲਿਸ ਵਾਲੇ ਉੱਥੇ ਅੱਖਾਂ ਮਿੱਟੀ ਦੇਖੀ ਜਾਂਦੇ ਨੇ, ਹੈ ਨਾ, ਅੰਦਰੋਂ ਇੱਕ ਨਹੀਂ ਦੋ ਇੰਟਰਵਿਊਆਂ ਹੋ ਜਾਂਦੀਆਂ ਨੇ, ਇੰਟਰਨੈਟ ਦਿਖਾਇਆ ਜਾਂਦਾ ਹੈ, ਅੰਦਰੋਂ ਲਾਈਵ ਦਿਖਾਇਆ ਜਾਂਦਾ, ਬੈਰਕ ਤੱਕ ਦਿਖਾਈ ਜਾਂਦੀ ਹੈ, ਉਹਦਾ ਅਜੇ ਤੱਕ ਨਹੀਂ ਪਤਾ ਲੱਗਿਆ ਕਿੱਥੋਂ ਹੈ। ਹੁਣ ਉਹ ਕਹੋ ਜੀ ਉਹ ਪੁਲਿਸ ਦੇਖੇ, ਫਿਰ ਇਹੀ ਕੁਝ ਹੋ ਕਹਿੰਦੇ ਨੇ ਕਿ ਪੁਲਿਸ ਜਾਣੇ ਜੀ। ਸੋ ਇਸ ਲਈ ਇਹ ਸਿਰਫ ਸਿਆਸੀ ਮੁੱਦਾ ਬਣ ਕੇ ਰਹਿ ਗਿਆ। ਇਹਦੇ ਵਿੱਚੋਂ ਪੰਜਾਬ ਦਾ ਭਲਾ ਹੁੰਦਾ ਕੁਝ ਨਹੀਂ ਨਜ਼ਰ ਆਉਂਦਾ। 55 ਲੱਖ ਵਾਲਿਆਂ ਨੂੰ ਉੱਪਰ ਸਵਾਲ ਹੋ ਜਾਂਦੇ 25 ਕਰੋੜ ਦੇ ਜੀ। ਸੋ ਇਸ ਲਈ ਇਹ ਤਾਣੀ ਇੰਨੀ ਉਲਝਣੀ ਹੈ ਜਤਿੰਦਰ ਜੀ ਕਿ ਇਹਦੇ ਵਿੱਚੋਂ ਲੋਕਾਂ ਨੂੰ ਸਵੈ ਤਮਾਸ਼ੇ ਤੋਂ ਹੋਰ ਕੁਝ ਨਹੀਂ ਲੱਭਣਾ। ਬਿਲਕੁਲ ਬਿਲਕੁਲ। ਤਾਂ ਦੇਖ ਜੀ, ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਹੁਦਾ ਛੱਡ ਦਿੱਤਾ। ਉਸ ਤੋਂ ਬਾਅਦ ਸੁਨੀਲ ਜਾਖੜ ਦਾ ਨਾਮ ਕਾਫੀ ਜ਼ੋਰਾਂ ਤੇ ਹੈ। ਕੱਲ ਤੁਸੀਂ ਵੀ ਚਰਚਾ ਕਰ ਰਹੇ ਸੀ ਕਿ ਜੱਟ ਸਿੱਖ ਤੇ ਹਿੰਦੂ ਭਾਈਚਾਰੇ ਦਾ ਸਾਂਝਾ ਚਿਹਰਾ ਸੁਨੀਲ ਜਾਖੜ ਹੋ ਸਕਦੇ ਨੇ, ਪਰ ਹੁਣ ਉਸੇ ਦੌੜ ਦੇ ਵਿੱਚ ਤਰਨਚੁੱਗ ਤੇ ਸੁਰਜੀਤ ਜਾਣੀ ਵੀ ਸ਼ਾਮਲ ਹੋ ਗਏ ਨੇ। ਕਿਵੇਂ ਵੇਖਦੇ ਹੋ? ਹਾਂ ਬਿਲਕੁਲ ਜੀ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਪੰਜਾਬ 'ਚ ਬੀਜੇਪੀ ਦੇ ਕਈ ਧੜੇ ਰਹੇ ਨੇ ਜੀ, ਹੈ ਨਾ। ਅਵਿਨਾਸ਼ ਰਾਏ ਖੰਨੇ ਵਾਲਾ ਧੜਾ ਰਿਹਾ ਹੈ, ਮਦਨ ਮੋਹਨ ਮਿੱਤਲ ਵਾਲਾ ਧੜਾ ਰਿਹਾ ਹੈ, ਮਨੋਰੰਜਨ ਕਾਲੀ ਵਾਲਾ ਧੜਾ ਰਿਹਾ ਹੈ ਨਾ, ਵਿਜੇ ਸਾਂਪਲਾ ਹੋਰੀ, ਚਾਹੇ ਉਹ ਅਵਿਨਾਸ਼ ਰਾਏ ਖੰਨੇ ਵਾਲੇ ਗਰੁੱਪ 'ਚ ਹੀ ਗਿਣੇ ਜਾਂਦੇ ਨੇ, ਉਹ ਗਰੁੱਪ ਰਿਹਾ, ਉਹ ਵੀ ਪ੍ਰਧਾਨ ਰਹੇ ਨੇ, ਹੈ ਨਾ। ਸੋਮ ਪ੍ਰਕਾਸ਼ ਥੋੜ੍ਹਾ ਜਿਹਾ ਆਪਣਾ ਵੱਖਰਾ, ਹੈ ਨਾ, ਰੱਖਦੇ ਨੇ ਰਾਬਤਾ। ਇਸੇ ਤਰ੍ਹਾਂ ਮਤਲਬ ਕਿ ਮਨੋਰੰਜਨ ਕਾਲੀਆ ਦੇ ਬਾਪੂ ਤੇ ਫਿਰ ਮਨੋਰੰਜਨ ਕਾਲੀਆ ਹੋਰੀ ਹੈ, ਫਿਰ ਅਸ਼ਵਨੀ ਸ਼ਰਮਾ, ਫਿਰ ਇੱਕ ਪਾਸੇ ਕਮਲਨਾਥ ਹੋਰੀ ਪਹਿਲਾਂ ਸੀਗੇ, ਉਹਨਾਂ ਦੀ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦਾ ਧੜਾ ਜਾਂ ਚੁੱਪ ਕਰ ਗਿਆ ਜਾਂ ਬਿਖਰ ਗਿਆ। ਸੋ ਇਹ ਸਭ ਦੇ ਦਰਵਾਲੇ ਨਵਜੋਤ ਸਿੱਧੂ ਇੱਕ ਧਿਰ ਸੀ, ਨਵਜੋਤ ਸਿੱਧੂ ਅੱਡ ਹੋ ਕੇ ਬਾਹਰ ਹੀ ਆ ਗਏ। ਸੋ ਇਹ ਸਾਰੇ 'ਚ ਅਸ਼ਵਨੀ ਸ਼ਰਮਾ ਨੂੰ ਲੱਗਦਾ ਸੀ ਕਿ ਮੈਨੂੰ ਤਾਂ ਹੁਣ ਚੁਣੌਤੀ ਹੋਣੀ ਕੋਈ, ਮੇਰੇ ਸਾਹਮਣੇ ਤਾਂ ਕੋਈ ਚੈਲੰਜ ਹੀ ਨਹੀਂ। ਪਰ ਅਚਾਨਕ ਮਤਲਬ ਕਿ ਗੱਲ ਆ ਗਈ ਸੁਨੀਲ ਜਾਖੜ ਦੀ ਕਿ ਲੈ ਵੀ ਸੁਨੀਲ ਜਾਖੜ ਨੂੰ, ਕਿਉਂਕਿ ਜਿਸ ਦਿਨ ਸ਼ਾਮਲ ਹੋਏ ਸੀ ਆਪਾਂ ਉਸ ਦਿਨ ਵੀ ਗੱਲ ਕਰਦੇ ਸੀ ਕਿ ਸੁਨੀਲ ਜਾਖੜ ਨੂੰ ਠੀਕ ਠਾਕ ਰੁਤਬਾ ਮਿਲਣਾ। ਬਿਲਕੁਲ। ਤੇ ਇਹਨਾਂ ਲੀਡਰਾਂ ਨੂੰ, ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਲੱਗਦਾ ਸੀ ਕਿ ਜੋ ਮਰਜ਼ੀ ਹੋ ਜਾਵੇ ਸੰਗਠਨ 'ਚ ਨਹੀਂ ਮਿਲ ਸਕਦਾ, ਕਿਉਂਕਿ ਆਪਾਂ ਕੱਲ ਵੀ ਗੱਲ ਥੋੜੀ ਜਿਹੀ ਕੀਤੀ ਸੀ ਕਿ ਬੀਜੇਪੀ ਦਾ ਇੱਕ ਜਤਿੰਦਰ ਜੀ ਸਿਧਾਂਤ, ਇੱਕ ਨਿਯਮ ਹੈ ਕਿ ਜਿਹੜਾ ਬੰਦਾ ਦੂਜੀ ਪਾਰਟੀ 'ਚੋਂ ਆਉਂਦਾ ਹੈ ਉਸ ਨੂੰ ਤੁਸੀਂ ਐਮਐਲਏ ਐਮਪੀ ਦਾ ਲੜਾ ਸਕਦੇ ਹੋ, ਬਣਾ ਸਕਦੇ ਹੋ, ਤੁਸੀਂ ਉਹਨੂੰ ਮੰਤਰੀ ਵਿਧਾਨ ਸਭਾ 'ਚ ਜਾਂ ਸੈਂਟਰ 'ਚ ਬਣਾ ਸਕਦੇ ਹੋ, ਪਰ ਤੁਸੀਂ ਉਸ ਨੂੰ ਸੰਗਠਨ 'ਚ ਵੱਡਾ ਅਹੁਦਾ ਨਹੀਂ ਦੇ ਸਕਦੇ, ਜਾਂ ਮੁਰਲੀ ਕਤਾਰ ਦਾ ਖਾਸ ਕਰਕੇ ਪ੍ਰਧਾਨ ਜਨਰਲ ਸੈਕਟਰੀ ਵਰਗਾ ਅਹੁਦਾ ਨਹੀਂ ਦੇ ਸਕਦੇ, ਕਿਉਂਕਿ ਉਹ ਸੰਘ ਵਾਲੀ ਸ਼ਾਖਾ 'ਚੋਂ ਨਹੀਂ ਆਇਆ, ਉਹਨੇ ਖਾਕੀ ਨਿੱਕਰ ਨਹੀਂ ਪਾਈ ਸਿੱਧੀ। ਸੋ ਇਸ ਲਈ ਇਹ ਮੰਨਿਆ ਜਾ ਰਿਹਾ ਸੀ ਕਿ ਜਾਖੜ ਨੂੰ ਐਂ ਅਹੁਦਾ ਨਹੀਂ ਮਿਲਣਾ, ਇਹ ਬੀਜੇਪੀ ਦੇ ਲੀਡਰਾਂ ਦਾ ਮੰਨਣਾ ਸੀ। ਪਰ ਆਪਾਂ ਜਿਸ ਦਿਨ ਸ਼ਾਮਲ ਉਸੇ ਦਿਨ ਮੰਨ ਲਿਆ ਸੀ ਕਿ ਭਾਈ ਇਹ ਮੋਦੀ ਦੀ ਨਜ਼ਰ 'ਚ ਹੈ, ਮੋਦੀ ਨੂੰ ਪਤਾ ਹੈ ਕਿ ਇਹਦੇ ਨਾਲ ਇਹ ਪੰਜਾਬ 'ਚ ਹਿੰਦੂ ਵੋਟ ਵੀ ਖਿੱਚੀ ਜਾ ਸਕਦੀ ਹੈ, ਇਹਦੇ ਨਾਲ ਜੱਟ ਵੋਟ ਵੀ ਖਿੱਚੀ ਜਾ ਸਕਦੀ ਹੈ, ਇਹਦੇ ਨਾਲ ਕਿਸਾਨੀ ਵਾਲੀ ਵੋਟ ਵੀ ਖਿੱਚੀ ਜਾ ਸਕਦੀ ਹੈ, ਇਹਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਵੀ ਮੇਜ਼ ਤੇ ਬਿਠਾਇਆ ਜਾ ਸਕਦਾ ਹੈ, ਇਹਨੂੰ ਕੁੜਤਾ ਪਜਾਮਾ ਪਾ ਕੇ ਆਪ ਵੀ ਖੇਤਾਂ 'ਚ ਤਾਰਿਆ ਜਾ ਸਕਦਾ। ਸਾਰੇ ਫਾਰਮੂਲੇ ਆਉਂਦੇ ਆ ਸੁਨੀਲ ਜਾਖੜ ਨੂੰ, ਤੇ ਇਹ ਕਾਂਗਰਸੀ ਵੋਟ ਬੈਂਕ ਵੀ ਲਿਆ ਸਕਦਾ। ਪਰ ਹੁਣ ਐਂ ਨਾ ਹੋਵੇ ਕਿ ਕਾਂਗਰਸੀ ਆਵੇ ਨਾ ਵੋਟ ਬੈਂਕ ਤੇ ਬੀਜੇਪੀ ਵਾਲੇ ਨਾਲ ਨਾ ਜਾਣ ਕੇ ਸਾਡਾ ਤਾਂ ਹੈ ਨਹੀਂ ਗਾ ਇਹ। ਸੋ ਇਹ ਵੀ ਫਿਕਰਮੰਦੀ ਖੜੀ ਹੈ, ਕਿਉਂਕਿ ਅਸ਼ਵਨੀ ਸ਼ਰਮਾ ਹੋਰੀ ਕਹਿੰਦੇ ਜੀ ਮੈਂ ਤਾਂ ਅਸਤੀਫਾ ਹੀ ਨਹੀਂ ਦਿੱਤਾ, ਸਾਡੀ ਤਾਂ ਪਾਰਟੀ 'ਚ ਰਿਵਾਜ ਹੀ ਨਹੀਂ ਅਸਤੀਫੇ ਦਾ, ਸਾਡੇ ਤਾਂ ਜੀ ਉੱਪਰੋਂ ਆਉਂਦਾ ਕਿ ਹੁਣ ਆਹ ਪ੍ਰਧਾਨ ਬਣ ਗਏ ਅਸੀਂ ਉਹਦੇ ਮਗਰ ਤੁਰ ਪਾਂਗੇ। ਕੱਲ ਬੋਰੀ ਬਿਸਰਾ ਬੰਨ ਲਿਆ, ਟੈਚੀ ਚੱਕ ਲਿਆ, ਪ੍ਰੈਸ ਚੱਕ ਲਈ, ਆਪਣਾ ਕੱਪੜਿਆਂ ਵਾਲਾ ਝੋਲਾ ਚੱਕ ਲਿਆ, ਹੈ ਨਾ, ਜੁੱਤੀਆਂ ਵਾਲਾ ਲਿਫਾਫਾ ਚੱਕ ਲਿਆ, ਸਾਰਾ ਕੁਝ ਦਫ਼ਤਰੋਂ ਚੱਕ ਕੇ ਲੈ ਗਏ, ਪਰ ਕਹਿੰਦੇ ਅਸਤੀਫਾ ਨਹੀਂ ਦਿੱਤਾ। ਹਾਂ, ਗਜੇਂਦਰ ਸਿੰਘ ਸਖਾਵਤ ਤੋਂ ਨਹੀਂ ਮਨਾਉਣ ਲੱਗੇ ਹੋਏ ਨੇ, ਸਮਝਾਉਣ ਲੱਗੇ ਹੋਏ ਨੇ, ਇੱਕ ਨਹੀਂ ਕਿੰਨਿਆਂ ਨੂੰ, ਕਿਉਂਕਿ ਅਸ਼ਵਨੀ ਸ਼ਰਮਾ ਦੇ ਜਾਣ ਨਾਲ ਤਰਨਚੁੱਗ ਨੂੰ ਲੱਗਦਾ ਸੀ ਕਿ ਮੇਰਾ ਨੰਬਰ ਪੱਕਾ। ਸੁਰਜੀਤ ਜਾਣੀ ਕਹਿੰਦਾ ਅੰਦੋਲਨ ਦੇ ਵਿੱਚ ਜਿੰਨੀਆਂ ਗਾਲਾਂ ਮੈਂ ਖਾਧੀਆਂ ਉਨੀਆਂ ਕਿਸੇ ਨੇ ਖਾਧੀਆਂ ਨਹੀਂ, ਇਸ ਲਈ ਹੱਕ ਤਾਂ ਮੇਰਾ ਬਣਦਾ। ਤੇ ਗਰੇਵਾਲ ਹੋਰੀ ਬਾਂਹ ਖੜੀ ਕਰਕੇ ਕਹਿੰਦੇ ਮੈਂ ਵੀ ਹੈਗਾ, ਫਿਰ ਅੰਦੋਲਨ ਵਾਲਾ ਤਾਂ ਮੈਂ ਵੀ ਹਾਂ, ਸੋ ਇਸ ਲਈ ਕਹਿੰਦੇ ਮੈਨੂੰ ਦੇ ਦਿਓ। ਇਹ ਵੀ ਪ੍ਰਧਾਨਗੀ ਦੌੜ 'ਚ ਸ਼ਾਮਲ ਸੀ। ਪਰ ਜਿਵੇਂ ਗੁਰਦਾਸਪੁਰ ਵਾਲੀ ਰੈਲੀ ਜਾਂ ਜਿਵੇਂ ਜੇਪੀ ਨੱਡਾ ਤੇ ਅਮਿਤ ਸ਼ਾਹ ਹੈ ਸੁਨੀਲ ਜਾਖੜ ਦੀ ਪਿੱਠ ਤੇ ਹੱਥ ਰੱਖਦੇ ਨੇ ਜਾਂ ਮੂਹਰੇ ਲਿਆਉਂਦੇ ਨੇ ਸਟੇਜ ਤੇ, ਜਾਂ ਉਹਨੂੰ ਕਹਿੰਦੇ ਨੇ ਅੱਗੇ ਲਿਆਓ, ਉਹ ਸਾਰੀਆਂ ਗੱਲਾਂ ਇਸ਼ਾਰਾ ਕਰਦੀਆਂ ਸੀ। ਉਸ ਸਮੇਂ ਬੀਜੇਪੀ ਲੀਡਰਸ਼ਿਪ ਨੂੰ ਲੱਗਿਆ ਕਿ ਤਾਂ ਜੀ ਸਿਰਫ ਤੇ ਸਿਰਫ ਗੁਰਦਾਸਪੁਰ ਦੀ ਲੋਕ ਸਭਾ ਸੀਟ ਲਈ ਹੈ, ਪਰ ਹੁਣ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਨਹੀਂ। ਬਾਕਾਇਦਾ ਤੌਰ ਤੇ ਗਜੇਂਦਰ ਸ਼ੇਖਾਵਤ ਤੇ ਬਾਕੀ ਲੀਡਰਾਂ ਨੂੰ ਸਮਝਾ ਬੁਝਾ ਰਹੇ ਨੇ, ਔਰ ਸੁਨੀਲ ਜਾਖੜ ਦਿੱਲੀ ਨੇ, ਸੁਨੀਲ ਜਾਖੜ ਨਾਲ ਰਾਬਤਾ ਬੈਠਕਾਂ ਦਾ ਦੌਰ ਜਾਰੀ ਹੈ, ਔਰ ਇੱਕ ਨਹੀਂ ਦੋ ਨਹੀਂ 6 ਸੂਬਿਆਂ ਦੇ ਪ੍ਰਧਾਨ ਬਦਲੇ ਜਾਣੇ ਨੇ, ਜਿਹਦੇ ਵਿੱਚ ਬਾਕਾਇਦਾ ਤੌਰ ਦੇ ਉੱਤੇ ਜੇਕਰ ਤੁਸੀਂ ਗੱਲ ਕਰੋ ਤੇਲੰਗਾਨਾ ਦਾ, ਝਾਰਖੰਡ ਦਾ, ਹੈ ਨਾ, ਇਸੇ ਤਰ੍ਹਾਂ ਕਰਨਾਟਕਾ ਦਾ, ਇੱਥੋਂ ਤੱਕ ਕਿ ਮੱਧ ਪ੍ਰਦੇਸ਼ ਤੇ ਗੁਜਰਾਤ ਦਾ। ਸੋ ਪੰਜਾਬ, ਗੁਜਰਾਤ, ਮੱਧ ਪ੍ਰਦੇਸ਼, ਤੇਲੰਗਾਨਾ, ਕਰਨਾਟਕਾ, ਇਹਨਾਂ 5-6 ਸੂਬਿਆਂ ਨੂੰ ਲੈ ਕੇ ਝਾਰਖੰਡ, ਇਹਨਾਂ 6 ਸੂਬਿਆਂ ਦੇ ਵਿੱਚ ਬੀਜੇਪੀ ਨੇ ਨਵੇਂ ਪ੍ਰਧਾਨ ਲਾਉਣੇ ਆ, ਔਰ ਅੱਜ ਕੱਲ੍ਹ 2 ਦਿਨ 4 ਦਿਨਾਂ 'ਚ ਕਦੇ ਵੀ ਉਹ ਐਲਾਨ ਹੋ ਸਕਦਾ। ਉਹਦੇ ਵਿੱਚ ਬੀਜੇਪੀ ਨੂੰ ਫਿਕਰ ਤਾਂ ਇਹ ਹੈ ਕਿ ਜਾਖੜ ਨਾ ਬਣ ਜਾਵੇ ਕਿਤੇ ਉਰੇ ਦੀ ਲੀਡਰਸ਼ਿਪ ਨੂੰ, ਕਿ ਲੈ ਵੀ ਕਿਤੇ, ਹੈ ਨਾ। ਤੇ ਇੱਧਰ ਜਾਖੜ ਨੂੰ ਫਿਕਰ ਇਹ ਹੈ ਕਿ ਜਾਖੜ ਨਾਲ ਜਾਖੜ ਵਾਲੀ ਨਾ ਹੋ ਜਾਵੇ, ਜੋ ਪਹਿਲਾਂ ਕਾਂਗਰਸ 'ਚ ਹੁੰਦਾ ਰਿਹਾ ਕਿਤੇ ਹੁਣ ਇੱਥੇ ਵੀ ਨਾ ਹੋ ਜਾਵੇ। ਇਹ ਫਿਕਰਮੰਦੀ ਜ਼ਰੂਰ ਹੈ, ਪਰ ਫਿਲਹਾਲ ਜਾਖੜ ਦਾ ਨਾਮ ਤੈਅ ਹੈ, ਔਰ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ
ਪੰਜਾਬ ਦੀ ਬੀਜੇਪੀ ਲੀਡਰਸ਼ਿਪ ਉਹਨੂੰ ਪ੍ਰਵਾਨ ਕਰਦੀ ਹੈ ਕਿ ਨਹੀਂ, ਇਹ ਦੇਖਣ ਵਾਲੀ ਗੱਲ ਹੋਏਗੀ। ਜਾਂ ਜਿਹੜੀ ਕਾਂਗਰਸ ਲੀਡਰਸ਼ਿਪ ਨੂੰ ਨਾਲ ਲਿਆਏ ਨੇ ਉਹ ਕਿੰਨਾ ਕੁ ਉਹਨੂੰ ਮੁੜ ਕੇ ਪ੍ਰਧਾਨ ਮੰਨਦੀ ਹੈ ਕਿ ਨਹੀਂ, ਜਾਂ ਕੀ ਉਹ ਕਾਂਗਰਸ ਦਾ ਕੋਈ ਵੋਟ ਬੈਂਕ ਲਿਆ ਪਾਉਂਦੇ ਨੇ, ਜਾਂ ਬੀਜੇਪੀ ਦਾ ਵੋਟ ਬੈਂਕ ਨਿਰਾਸ਼ ਹੋ ਕੇ ਘਰੇ ਤਾਂ ਨਹੀਂ ਬਹਿ ਜਾਊਗਾ, ਚੁੱਪ ਕਰਕੇ ਬਹਿ ਜਾਣਾ ਵੀ ਨਾਰਾਜ਼ਗੀ ਹੁੰਦੀ ਹੈ। ਸੋ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਨੇ? ਵੈਸੇ ਜਾਖੜ ਹੋਰੀ ਸੂਝਵਾਨ ਔਰ ਸਿਆਣੇ ਔਰ ਧਾਕੜ ਲੀਡਰ ਮੰਨੇ ਜਾਂਦੇ ਨੇ। ਸੋ ਇੱਥੇ ਕਿਵੇਂ ਇਸ ਪ੍ਰੀਖਿਆ 'ਚੋਂ ਪਾਸ ਹੁੰਦੇ ਨੇ ਦੇਖਣ ਵਾਲੀ ਗੱਲ ਹੋਏਗੀ, ਪਰ ਉਹਦੇ ਨਾਲੋਂ ਪਹਿਲਾਂ ਪ੍ਰਧਾਨਗੀ ਮਿਲਣੀ ਜ਼ਰੂਰੀ ਹੈ, ਜੇ ਮਿਲੀ ਨਹੀਂ ਹੈ। ਬਿਲਕੁਲ ਬਿਲਕੁਲ। ਦੀਪ ਜੀ, ਆਮ ਆਦਮੀ ਪਾਰਟੀ ਚਾਹੇ ਪੰਜਾਬ ਦੇ ਵਿੱਚ ਹੋਵੇ ਜਾਂ ਫਿਰ ਦਿੱਲੀ ਦੇ ਵਿੱਚ ਹੋਵੇ, ਇਸ਼ਤਿਹਾਰਬਾਜ਼ੀ ਨੂੰ ਲੈ ਕੇ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋਸ਼ ਲੱਗਦੇ ਨੇ ਕਿ ਸਰਕਾਰ ਨੇ ਇੰਨੇ ਪੈਸੇ ਜਿੰਨੇ ਇਸ਼ਤਿਹਾਰਾਂ ਤੇ ਖਰਚੇ ਨੇ ਉਹਨੇ ਪੈਸੇ ਵਿਕਾਸ ਦੇ ਕੰਮਾਂ ਤੇ ਨਹੀਂ ਖਰਚੇ। ਹੁਣ ਕੇਜਰੀਵਾਲ ਸਰਕਾਰ ਤੋਂ ਵੀ ਸੁਪਰੀਮ ਕੋਰਟ ਨੇ ਇਸ਼ਤਿਹਾਰਾਂ ਤੇ ਖਰਚੇ ਪੈਸਿਆਂ ਦਾ ਹਿਸਾਬ ਕਿਤਾਬ ਮੰਗ ਲਿਆ। ਜਤਿੰਦਰ ਜੀ, ਸੁਪਰੀਮ ਕੋਰਟ ਦੇ ਵਿੱਚ ਇੱਕ ਮਾਮਲਾ ਆਇਆ ਜੀ, RTS ਪ੍ਰੋਜੈਕਟ ਦਾ ਮਾਮਲਾ। ਉਸ ਮਾਮਲੇ ਨੂੰ ਲੈ ਕੇ ਜਦੋਂ ਕੇਜਰੀਵਾਲ ਦੀ ਧਿਰ ਜਾਂ ਇਹਨਾਂ ਦੇ ਵਕੀਲ ਪੇਸ਼ ਹੋਏ ਤਾਂ ਸੁਪਰੀਮ ਕੋਰਟ ਨੇ ਇਕੱਲਾ ਇਹਨਾਂ ਤੋਂ ਹਿਸਾਬ ਹੀ ਨਹੀਂ ਮੰਗਿਆ, ਝਾੜਾਂ ਮਾਰੀਆਂ। ਜੀ, ਝਾੜਾਂ ਮਾਰ ਕੇ ਕਿਹਾ ਕਿ 2 ਹਫ਼ਤਿਆਂ 'ਚ ਫਾਈਲਾਂ ਲੈ ਕੇ ਆ ਜਾਓ। ਅਸਲ 'ਚ ਮਾਮਲਾ ਕੀ ਆ, ਦਿੱਲੀ ਦੇ ਵਿੱਚ ਇੱਕ ਮੈਟਰੋ ਪ੍ਰੋਜੈਕਟ ਹੈ, ਮੈਟਰੋ ਚੱਲਦੀ ਹੈ ਨਾ ਜੀ, ਬਿਲਕੁਲ। ਉਹ ਮੈਟਰੋ ਯੂਪੀ ਤੱਕ ਦਾ ਏਰੀਆ, ਉਹ ਗਾਜ਼ੀਆਬਾਦ, ਨੋਇਡਾ, ਉਹਨੂੰ ਵੀ ਕਵਰ ਕਰ ਗਈ। ਇੱਧਰ ਗੜਗਾਉਂ ਤੇ ਇੱਧਰ ਮਤਲਬ ਜਿਹੜਾ ਇੱਧਰ ਆਉਂਦਾ ਨਰੇਲਾ ਨੂਲਾ ਕੰਨੀ ਨੂੰ ਹਰਿਆਣੇ ਦਾ, ਇਹ ਏਰੀਆ ਵੀ ਕਵਰ ਕਰ ਗਈ। ਸੋ ਹਰਿਆਣਾ, ਯੂਪੀ, ਦਿੱਲੀ ਇਹਨਾਂ ਨੂੰ ਜੋੜਦੀ ਆ। ਪਰ ਮੈਟਰੋ ਦਾ ਇੱਕ ਚੱਲਣ ਦਾ ਤਰੀਕਾ ਹੈ ਕਿ ਮੈਟਰੋ ਇੱਕ ਤਾਂ ਉਨੀ ਤੇਜ਼ ਨਹੀਂ ਚੱਲਦੀ ਤੇ ਹਰ ਸਟੇਸ਼ਨ ਤੇ ਰੁਕਦੀ ਆ, ਮਤਲਬ ਕਦਮ ਕਦਮ ਤੇ ਸਟੇਸ਼ਨ ਆ ਉਹਦਾ, ਤਾਂ ਕਿ ਵੱਧ ਤੋਂ ਵੱਧ ਏਰੀਏ ਦੇ ਲੋਕ ਉਹਦਾ ਸਫ਼ਰ ਦਾ ਆਨੰਦ ਲੈ ਸਕਣ ਤੇ ਉਹ ਭੀੜ ਭੜੱਕੇ ਵਾਲੀ ਸੜਕ ਤੋਂ ਬਚ ਸਕਣ। ਪਰ ਜਿਹੜਾ RTS ਪ੍ਰੋਜੈਕਟ ਹੈ, ਇਹਨੇ ਵੀ ਦਿੱਲੀ, ਹਰਿਆਣਾ ਔਰ ਯੂਪੀ ਨੂੰ ਕਵਰ ਕਰਨਾ, ਪਰ ਇਹਦੇ ਵਿੱਚ ਮੈਟਰੋ ਤੋਂ ਉਲਟ ਹੋਣਾ, ਸਟੇਸ਼ਨ ਘੱਟ ਹੋਣੇ, ਸਪੀਡ ਵੱਧ ਹੋਣੀ। ਮੈਟਰੋ 'ਚ ਸਟੇਸ਼ਨ ਵੱਧ ਨੇ, ਸਪੀਡ ਘੱਟ ਆ, ਤਾਂ ਕਿ ਉਹ ਸਾਰੇ ਏਰੀਆ 'ਚ ਲੋਕ ਕਿਤੇ ਉਤਰਨਾ ਚੜ੍ਹਨਾ। ਇਹਦੇ ਵਿੱਚ ਹੋਊਗਾ ਕਿ ਟਾਰਗੇਟ ਹੋਊਗਾ ਕਿ ਉੱਥੋਂ ਚੱਲ ਕੇ ਭਾਈ ਨੋਇਡਾ ਹੀ ਰੁਕਣੀ ਆ, ਤਾਂ ਕਿ ਲੋਕ ਛੇਤੀ, ਜਿਨ੍ਹਾਂ ਨੇ ਵਪਾਰੀਆਂ ਲੋਕਾਂ ਨੇ ਜਾਣਾ, ਕਾਰੋਬਾਰੀ ਲੋਕਾਂ ਨੇ ਜਾਣਾ, ਦਫ਼ਤਰੀ ਲੋਕਾਂ ਨੇ ਜਾਣਾ, ਉਹ ਸਟੇਸ਼ਨ ਤੋਂ ਸਟੇਸ਼ਨ। ਇੱਦਾਂ ਇਹਦਾ ਇੱਕ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਦੇ ਵਿੱਚ ਕੇਜਰੀਵਾਲ ਸਰਕਾਰ ਨੇ ਜਿਹੜਾ ਯੋਗਦਾਨ ਪਾਉਣਾ ਸੀ ਉਹ ਤੋਂ ਭੱਜ ਗਈ। ਸਾਡੇ ਕੋਲ ਤਾਂ ਪੈਸੇ ਹੀ ਨਹੀਂ ਜੀ, ਸਾਡੇ ਕੋਲ ਤਾਂ ਪ੍ਰੋਜੈਕਟ ਖਾਤਰ ਕੋਈ ਪੈਸਾ ਹੀ ਨਹੀਂ ਜੀ, ਸਾਨੂੰ ਤਾਂ ਰਾਸ਼ੀ ਨਹੀਂ ਜੀ, ਕੇਂਦਰ ਸਹਾਇਤਾ ਕਰ ਦੇਵੇ ਜੀ, ਕੇਂਦਰ ਦੇ ਦੇਵੇ ਜੀ। ਤੇ ਸੁਪਰੀਮ ਕੋਰਟ ਕਹਿੰਦੀ ਐਂ ਦੱਸੋ, ਆਹ ਬੋਰਡ ਕਿੱਥੋਂ ਲੱਗਦੇ ਨੇ ਤੁਹਾਡੇ ਨਿੱਤ ਦਿਨ, ਅਖਬਾਰਾਂ 'ਚ ਇਸ਼ਤਿਹਾਰ ਕਿੱਥੋਂ ਆਉਂਦੇ ਨੇ, ਲਿਆਓ ਹਿਸਾਬ ਕਿਤਾਬ ਕੱਢ ਕੇ। 2 ਹਫ਼ਤਿਆਂ ਤੁਹਾਨੂੰ ਸਮਾਂ, 2 ਹਫ਼ਤਿਆਂ 'ਚ 5 ਸਾਲ 'ਚ ਕਿੰਨੀ ਇਸ਼ਤਿਹਾਰਬਾਜ਼ੀ ਕੀਤੀ ਆ, ਉਹਦਾ ਦਿਓ ਹਿਸਾਬ, ਫਿਰ ਦੇਖਦਾ ਤੁਹਾਡੇ ਕੋਲ ਫੰਡ ਹੈ ਕਿ ਨਹੀਂ। ਤੇ ਇੱਧਰ ਉਹਨਾਂ ਨੇ ਕਿਹਾ ਨਹੀਂ ਤੇ ਉੱਧਰ ਬੀਜੇਪੀ ਵਾਲੇ ਜਦੋਂ ਕਾਗਜ਼ ਲੈ ਕੇ ਆ ਗਏ, ਬੀਜੇਪੀ ਵਾਲੇ ਕਹਿੰਦੇ ਜੀ 5 ਸਾਲਾਂ 1868 ਕਰੋੜ ਦੇ ਇਸ਼ਤਿਹਾਰ ਦਿੱਤੇ ਇਹਨਾਂ ਨੇ। 1868 ਕਰੋੜ, 1868 ਕਰੋੜ। ਤੇ ਉਹ ਕਹਿੰਦੇ ਜੀ 5 ਸਾਲਾਂ ਦੇ ਹਿਸਾਬ ਨਾਲ ਜੇਕਰ ਹਿਸਾਬ ਕਿਤਾਬ ਲਾਈਏ ਤਾਂ ਇੱਕ ਦਿਨ ਦਾ 1 ਕਰੋੜ ਤੋਂ ਵੱਧ ਰੁਪਈਆ ਬਣਦਾ। 1 ਕਰੋੜ ਕਹਿੰਦੇ 20 ਲੱਖ ਰੁਪਈਆ ਹਰ ਰੋਜ਼ ਇਸ਼ਤਿਹਾਰ ਤੇ ਖਰਚਦੀ ਹੈ ਕੇਜਰੀਵਾਲ ਸਰਕਾਰ। ਇਹ ਬੀਜੇਪੀ ਵਾਲੇ ਕਹਿ ਰਹੇ ਨੇ। ਜੇ ਅੰਕੜੇ ਅਦਾਲਤ 'ਚ ਸੱਚ ਸਾਬਤ ਹੋਏ ਤਾਂ ਪੰਜਾਬ ਵਾਲੇ ਵੀ ਸੋਚ ਲੈਣ ਫਿਰ, ਕਿਉਂਕਿ ਪੰਜਾਬ 'ਚ ਇਸ਼ਤਿਹਾਰ ਗੁਜਰਾਤ ਤੱਕ ਜਾਂਦਾ, ਪੰਜਾਬ ਦਾ ਇਸ਼ਤਿਹਾਰ ਰਾਜਸਥਾਨ ਤੱਕ ਜਾਂਦਾ ਹੈ, ਪੰਜਾਬ ਦਾ ਇਸ਼ਤਿਹਾਰ ਹੁਣ ਹਿਮਾਚਲ ਤੱਕ ਜਾਂਦਾ ਹੈ, ਦਿੱਲੀ 'ਚ ਤਾਂ ਛਪਦੇ ਹੀ ਛਪਦੇ ਨੇ। ਪੰਜਾਬ ਦੇ ਇਸ਼ਤਿਹਾਰਾਂ ਦੀ ਪ੍ਰਚਾਰ ਅੱਜ ਕੱਲ੍ਹ ਚੰਡੀਗੜ੍ਹ ਦੇ ਹਰ ਗਲੀ ਮਹੱਲੇ ਬੋਰਡ 'ਚ ਲੱਗੀ ਹੈ। ਇੱਥੇ ਹਰ ਯੋਗਾ ਜਲੰਧਰ ਕਰਾਉਣਾ, ਬੋਰਡ ਇੱਥੇ ਲੱਗਿਆ। ਸੋ ਇਸ ਲਈ ਇਸ ਹਵਾਲੇ ਨਾਲ ਪੰਜਾਬ ਦੇ ਵਿੱਚ ਵੀ ਇਸ਼ਤਿਹਾਰਬਾਜ਼ੀ ਉਸੇ ਤਰ੍ਹਾਂ ਕੱਲ੍ਹ ਨੂੰ ਇਸੇ ਮਾਮਲੇ 'ਚ ਪੰਜਾਬ ਵੀ ਕਰ ਸਕਦਾ ਹੈ। ਸੋ ਜੇਕਰ ਕੇਜਰੀਵਾਲ ਸਰਕਾਰ ਦੇ ਉੱਠੀ ਇਹ ਉਂਗਲ ਸੱਚ ਸਾਬਤ ਹੋਈ ਕਿ ਭਾਈ ਮਤਲਬ ਕਿ ਕੰਮ ਤੁਸੀਂ 10 ਪੈਸੇ ਦਾ ਕਰਦੇ ਹੋ ਤੇ ਉਹਦੇ ਪਰ ਪ੍ਰਚਾਰ ਲਈ 100 ਪੈਸਾ ਖਰਚਦੇ ਹੋ, ਤਾਂ ਫਿਰ ਇਹ ਸਰਕਾਰ ਲਈ ਵੀ ਸ਼ਰਮਸਾਰ ਗੱਲ ਹੋਣੀ ਔਰ ਲੋਕਾਂ ਦੇ ਪੈਸੇ ਦੀ ਬਰਬਾਦੀ ਵੀ ਹੋਣੀ। ਔਰ ਇਹ ਪਹਿਲਾਂ ਸਵਾਲ ਉੱਠਦਾ ਰਿਹਾ, ਹੁਣ ਅਦਾਲਤ 'ਚ ਆ ਕੇ ਤੱਥ ਸਾਬਤ ਹੋ ਜਾਣਗੇ ਕਿ ਬੀਜੇਪੀ ਵਾਲੇ ਜਾਂ ਕਾਂਗਰਸੀ ਜਿਹੜਾ ਰੌਲਾ ਪਾਉਂਦੇ ਨੇ ਉਹ ਸੱਚ ਹੈ ਜਾਂ ਉਹ ਆਪਣੇ ਸਮੇਂ ਤੇ ਸੱਚ ਲਕਾਉਣ ਨੂੰ ਫਿਰਦੇ ਨੇ, ਇਹ ਵੀ ਸਵਾਲ ਹੈ। ਤੇ ਬੇਸ਼ੱਕ ਉਹ ਇਸ਼ਤਿਹਾਰੀ ਦੀ ਗੱਲ ਹੋਵੇ, ਬੇਸ਼ੱਕ ਉਹ ਮਕਾਨ ਤੇ 45 ਕਰੋੜ ਦੀ ਗੱਲ ਹੋਵੇ, ਬੇਸ਼ੱਕ ਉਹ 25-25 ਕਰੋੜ ਵਕੀਲ ਵਾਲੀ ਫੀਸ ਦਾ ਮਾਮਲਾ ਹੋਵੇ, ਕੇਜਰੀਵਾਲ ਸਰਕਾਰ ਵੀ ਹੁਣ ਸਵਾਲਾਂ ਦੇ ਘੇਰੇ 'ਚ ਹੈ। ਇਸ ਨੂੰ ਲੈ ਕੇ ਪੰਜਾਬ ਦੇ ਅਫਸਰਸ਼ਾਹੀ ਨੂੰ ਵੀ, ਪੰਜਾਬ ਦੇ ਮੰਤਰੀਆਂ ਸੰਤਰੀਆਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਕਿ ਵਾਰੀ ਤੁਹਾਡੀ ਵੀ ਆ ਜਾਣੀ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਰਹਿੰਦੇ ਮਿੰਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਹਾਂ। ਪਹਿਲਾਂ ਮੰਡੀਆਂ ਦੇ ਵਿੱਚ ਹਿਮਾਚਲ ਦਾ ਸੇਬ ਤੇ ਦੂਜੇ ਸੂਬਿਆਂ ਤੋਂ ਆਇਆ ਸੇਬ ਦੀ ਜ਼ਿਆਦਾ ਵਿਕਰੀ ਹੁੰਦੀ ਸੀ, ਤਾਂ ਹੁਣ ਮੰਡੀਆਂ ਦੇ ਵਿੱਚ ਪੰਜਾਬੀ ਸੇਬ ਵੀ ਵਿਕੇਗਾ। ਹਾਂ ਬਿਲਕੁਲ ਜੀ, ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਸਾਡੀ ਲੁਧਿਆਣੇ ਵਾਲੀ ਹੈ ਨਾ, PU, ਉਹਦੇ ਹਵਾਲੇ ਨਾਲ ਇਹ ਖਬਰ ਆ ਰਹੀ ਹੈ ਕਿ ਉਹਨਾਂ ਨੇ 2 ਕਿਸਮਾਂ ਤਿਆਰ ਕੀਤੀਆਂ ਨੇ। ਇੱਕ ਕਿਸਮ ਹੈਗੀ ਆ ਡੋਰਸੈਟ ਗੋਲਡਨ ਸੇਬ ਤੇ ਦੂਸਰੀ ਕਿਸਮ ਹੈਗੀ ਇਹਨਾਂ ਦੀ ਅੰਨਾ ਕਿਸਮ। ਇਹ 3 ਸਾਲ 'ਚ ਬੂਟਾ ਫਲ ਦੇਣ ਲੱਗ ਜਾਂਦਾ ਤੇ ਕਹਿੰਦੇ ਜੀ ਕਿ ਆ ਦਸੰਬਰ ਜਨਵਰੀ ਦੇ ਵਿੱਚ ਇਹ ਬੂਟੇ ਲੱਗਣੇ ਨੇ ਤੇ ਉਹ ਤੋਂ ਬਾਅਦ ਮਈ ਜੂਨ ਦੇ ਵਿੱਚ ਫਿਰ 3 ਸਾਲ ਬਾਅਦ ਇਹਨੂੰ ਫਲ ਲੱਗਣਾ। ਇੱਕ ਬੂਟੇ ਤੋਂ 25-30 ਕਿਲੋ ਫਲ ਆ ਸਕਦਾ ਔਰ ਇਹ ਕਿਸਮ ਪੰਜਾਬ ਦੇ ਲਈ ਖਾਸ ਕਰਕੇ ਲਾਹੇਵੰਦ ਹੈ। ਕਹਿੰਦੇ ਪਿਛਲੇ ਕਿੰਨੇ ਸਾਲਾਂ ਤੋਂ ਇਸ ਪਰ ਯੂਨੀਵਰਸਿਟੀ ਕੰਮ ਕਰ ਰਹੀ ਸੀ, ਹੁਣ ਇਹ ਸਫਲ ਹੋ ਗਿਆ ਪ੍ਰੋਜੈਕਟ। ਔਰ ਇਹ ਸੇਬਾਂ ਦੇ ਬਾਗ
ਮਤਲਬ ਕਿ ਪਹਿਲਾਂ ਸਿਰਫ ਇੱਕਾ ਦੁੱਕਾ ਬੂਟਾ ਕੋਈ ਲਾਉਂਦੇ ਸੀ, ਹੁਣ ਪੂਰਾ ਬਾਗ ਲੱਗਦਾ। ਜਿਵੇਂ ਕਿੰਨੂਆਂ ਦੇ ਮਾਮਲੇ 'ਚ ਪੰਜਾਬ ਬਹੁਤ ਮੋਹਰੀ ਸਾਬਤ ਹੋਇਆ, ਬਹੁਤ ਖੇਤਰ ਚਾਹੇ ਉਹਨੂੰ ਪਾਣੀ ਨਹੀਂ ਪੂਰਾ ਮਿਲਦਾ ਜਾਂ ਪਾਣੀ ਸਾਫ਼ ਵੀ ਨਹੀਂ ਮਿਲਦਾ, ਤਾਂ ਵੀ ਉਹਨੇ ਇੱਕ ਮੱਲ ਮਾਰ ਕੇ ਦਿਖਾਈ ਆ। ਉਸੇ ਤਰ੍ਹਾਂ ਇਹ ਸੇਬਾਂ ਦੇ ਜੇਕਰ ਬੂਟੇ ਕਾਮਯਾਬ ਹੁੰਦੇ ਨੇ, ਜੇਕਰ ਜਿਵੇਂ ਯੂਨੀਵਰਸਿਟੀ ਨੇ ਦਾਅਵਾ ਕੀਤਾ, ਤਾਂ ਗੁਰਦਾਸਪੁਰ ਖੇਤਰ, ਪਠਾਨਕੋਟ ਖੇਤਰ, ਹੁਸ਼ਿਆਰਪੁਰ ਖੇਤਰ, ਜਲੰਧਰ, ਲੁਧਿਆਣਾ, ਰੋਪੜ, ਪਟਿਆਲਾ, ਮੋਹਾਲੀ, ਇਹ ਸਾਰੇ ਖੇਤਰ ਦੀ ਜ਼ਮੀਨ ਕਹਿੰਦੇ ਇਹਨਾਂ ਬੂਟਿਆਂ ਲਈ ਸਹਾਈ ਆ। ਤੇ ਜੇਕਰ ਇਹਦੇ ਬਾਗ ਲੱਗਦੇ ਨੇ ਤਾਂ ਇਹਦੇ ਨਾਲ ਪੰਜਾਬੀ ਸੇਬ ਵੀ ਬਾਜ਼ਾਰ 'ਚ ਆ ਜਾਣਾ, ਔਰ ਕਿਸਾਨ ਬਦਲਵੀਂ ਫਸਲ ਤੇ ਵੀ ਆ ਜਾਣੇ, ਔਰ ਪਾਣੀ ਬਚਣ ਵਾਲੀ ਵੀ ਇੱਕ ਕਵਾਇਦ ਹੋਣੀ। ਸੋ ਦੇਖਦੇ ਹਾਂ ਜੀ ਪੰਜਾਬੀ ਸੇਬ ਕਦੋਂ ਬਾਜ਼ਾਰ 'ਚ ਆਉਂਦਾ। ਬਿਲਕੁਲ ਬਿਲਕੁਲ। ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥ ਜੀ ਨਾਲ ਖਬਰਾਂ ਤੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ੍ਹ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।